युगल चरण मम बंदना तर कर माथ गुरु नानक पाद पंकज बंदन पाद पंकज बंदन सिमरो अंगद दुख निकंदन अमरदास गुर हृदय त्यावो हृदय त्यावो श्री गुरु रामदास गुण गावो गुरु अर्जन बिगनन के नासक बिगनन के नासक श्री गुरु हर गोबिंद शुभ समत प्रकाशक गुरु हर राय नमो कार जोरी नमो कार जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तिह प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए। वाहिगुरु साहिब जी जहांगीर कह जिम मन भावै करो आप हम तिम सुख पावैं खुशी दीन उठ बाहर आए चढ़े तुरंग दुर्ग निकसाए जहांगीर कह जिम मन भावै। वाहिगुरु जी का खालसा वाहिगुरु जी की फतेह। सच्चे पातशाह दीन दुनिया दे मालिक धन साहिब श्री गुरु ग्रंथ साहिब जी महाराज हजूर दी परम दया सदका आप सतसंगत दीयां घड़ियां दा आनंद मान रहे हो। श्री अकाल तख्त साहिब जी का सिरजना दिवस सतगुरु जी दे इस पावन अस्थान ते बहुत प्यार शरदा नाल मनाया जा रहा है।
ਆਪ ਸੰਗਤਾਂ ਬਹੁਤ ਉਤਸ਼ਾਹ ਨਾਲ, ਪਿਆਰ ਨਾਲ ਦੀਵਾਨ ਵਿੱਚ ਹਾਜ਼ਰੀਆਂ ਭਰਦੇ ਹੋ। ਕੱਲ੍ਹ ਰੋਜ਼ ਤੋਂ ਪਵਿੱਤਰ ਸਿਰਜਣਾ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਇਹ ਸਮਰਪਿਤ ਦੀਵਾਨਾਂ ਦੀ ਪ੍ਰਾਰੰਭਤਾ ਹੋਈ। ਲੜੀਵਾਰ ਕਥਾ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਜੀਵਨ ਵਿੱਚ ਚੱਲ ਰਹੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ 11 ਸਾਲ ਦੀ ਆਯੂ ਵਿੱਚ ਹਜ਼ੂਰ ਗੁਰਿਆਈ ਤਖਤ 'ਤੇ ਵਿਰਾਜਮਾਨ ਹੋਏ। ਤਖਤ 'ਤੇ ਵਿਰਾਜਦਿਆਂ ਸਤਿਗੁਰਾਂ ਜੀ ਨੇ ਜਿੱਥੇ ਸ਼ਸਤਰ ਧਾਰਨ ਦੀ ਨਵੀਂ ਰੀਤ ਸਤਿਗੁਰਾਂ ਜੀ ਨੇ ਪ੍ਰਗਟ ਕੀਤੀ, ਹਜ਼ੂਰ ਨੇ ਭਾਈ ਪ੍ਰਾਣਿਆਂ ਨੂੰ ਆਖਿਆ ਕਿ ਜਿਵੇਂ ਗੁਰੂ ਪਿਤਾ ਦੀ ਸ਼ਹਾਦਤ ਤੁਸੀਂ ਵੇਖੀ ਹੈ ਉਹ ਸੰਗਤਾਂ ਵਿੱਚ ਬਿਆਨ ਕਰੋ। ਭਾਈ ਪ੍ਰਾਣਾ ਜੀ ਨੇ ਗੁਰਦੇਵ ਨੂੰ ਸ਼ਹੀਦ ਹੁੰਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਸਾਰੀ ਸੰਗਤ ਵਿੱਚ ਭਾਈ ਪ੍ਰਾਣਾ ਜੀ ਨੇ ਹਜ਼ੂਰ ਦੀ ਸ਼ਹਾਦਤ ਬਿਆਨ ਕੀਤੀ। ਜਦੋਂ ਭਾਈ ਪ੍ਰਾਣਾ ਜੀ ਇਹ ਕਹਿ ਰਹੇ ਸੀ ਕਿ ਮਹਾਰਾਜ ਦੀਆਂ ਪਿੰਜਣੀਆਂ ਵਾਲੀਆਂ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਸਨ, ਸਾਰੇ ਸਰੀਰ 'ਤੇ ਫਲੂਹੇ ਬਣ ਗਏ ਸੀ, ਸਤਿਗੁਰਾਂ ਜੀ ਦੇ ਚਿਹਰੇ 'ਤੇ ਉਵੇਂ ਹੀ ਪ੍ਰਤਾਪ ਜਿਹੜਾ ਸੀ ਝਲਕਾਂ ਮਾਰਦਾ ਸੀ। ਜਦੋਂ ਹਜ਼ੂਰ ਬੈਠੇ ਸੁਣ ਰਹੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰਾਂ ਨੂੰ ਸੁਣ ਕੇ ਰੋਹ ਆਇਆ ਅਤੇ ਮਹਾਰਾਜ ਜੀ ਨੇ ਉਸ ਸਮੇਂ ਪ੍ਰਤੱਗਿਆ ਕੀਤੀ ਸੀ ਕਿ ਜਿਸ ਜ਼ਾਲਮ ਨੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ ਉਸ ਦੀ ਨੱਕ ਵਿੱਚ ਨਕੇਲ ਪਾਵਾਂਗੇ, ਉਸ ਨੂੰ ਮੌਤ ਦੇ ਘਾਟ ਉਤਾਰਾਂਗੇ। ਸਤਿਗੁਰਾਂ ਜੀ ਦੇ ਇਹ ਬੋਲ ਥੋੜ੍ਹੇ ਮਨਾਂ ਵਾਲੇ ਜਿਹੜੇ ਸਨ ਉਹਨਾਂ ਦੇ ਦਿਲ ਦਹਿਲ ਗਏ। ਮਾਤਾ ਜੀ ਪਾਸ ਸ਼ਿਕਾਇਤ ਕੀਤੀ ਕਿ ਗੁਰੂ ਪਿਤਾ ਅੱਗੇ ਸ਼ਹੀਦ ਹੋ ਗਏ ਹੈ, ਹਕੂਮਤ ਦੀ ਨੀਅਤ ਠੀਕ ਨਹੀਂ, ਗੁਰੂ ਸਾਹਿਬ ਦੀ ਉਮਰ ਛੋਟੀ ਹੈ, ਇਹਨਾਂ ਨੂੰ ਇਹੋ ਜਿਹੀਆਂ ਭੜਕਾਊ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਿਉਂਕਿ ਜਦੋਂ ਹਜ਼ੂਰ ਗੁਰਿਆਈ ਤਖਤ 'ਤੇ ਵਿਰਾਜਮਾਨ ਹੋਏ, ਭਾਰਤ ਵਰਸ਼ ਤੋਂ ਸਿੱਖ ਇਕੱਠੇ ਹੋਏ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਕਰਕੇ ਸਿੱਖਾਂ ਦੇ ਚਿਹਰਿਆਂ 'ਤੇ ਸਹਿਮ ਮਹਾਰਾਜ ਜੀ ਨੇ ਪੜ੍ਹਿਆ। ਸਿੱਖਾਂ ਦਾ ਸਹਿਮ ਦੂਰ ਕਰਨ ਵਾਸਤੇ ਹਜ਼ੂਰ ਨੇ ਫਿਰ ਇਹ ਗਰਜਵੀਂ ਆਵਾਜ਼ ਵਿੱਚ ਬੋਲ ਕਹੇ ਸੀ ਕਿ ਜਿਨ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ, ਵਕਤ ਆਵੇਗਾ ਉਸ ਨੂੰ ਬਾਜ਼ਾਰਾਂ ਵਿੱਚ ਦੀ ਫੇਰ ਕੇ ਮੌਤ ਦੇ ਘਾਟ ਉਤਾਰਾਂਗੇ। ਮਾਤਾ ਜੀ ਪਾਸ ਜਦੋਂ ਮਸੰਦਾ ਨੇ ਕਿਹਾ, ਸ਼ਾਮ ਨੂੰ ਹਜ਼ੂਰ ਜਦੋਂ ਮਹਿਲਾਂ ਵਿੱਚ ਆਏ, ਮਾਤਾ ਜੀ ਨੇ ਕਿਹਾ ਕਿ ਲਾਲ ਜੀ, ਤੁਹਾਨੂੰ ਇਹ ਬੋਲ ਅਜੇ ਨਹੀਂ ਸੀ ਕਹਿਣੇ ਚਾਹੀਦੇ, ਇਹ ਤੁਹਾਡੇ ਕਹੇ ਹੋਏ ਬੋਲ ਗੁਪਤਚਰ ਦਿੱਲੀ ਪਹੁੰਚਾ ਦੇਣਗੇ, ਦੀਵਾਨ ਚੰਦੂ ਨੂੰ ਪਤਾ ਲੱਗੇਗਾ, ਉਹ ਘੱਟ ਨਹੀਂ ਗੁਜ਼ਾਰੇਗਾ। ਅੱਗੇ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ ਨੇ। ਮਸੰਦਾ ਨੇ ਵੀ ਇਹ ਗੱਲ ਆ ਕਰਕੇ ਕਹੀ ਹੈ ਕਿ ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਸਤਿਗੁਰਾਂ ਜੀ ਨੇ ਮਾਤਾ ਜੀ ਦਾ ਇਹ ਬਚਨ ਸੁਣ ਕਰਕੇ ਕਿਹਾ, ਮਾਤਾ ਜੀ ਸਮਾਂ ਆਵੇਗਾ, ਗੁਰੂ ਨਾਨਕ ਸਾਹਿਬ ਮਿਹਰ ਕਰਨਗੇ, ਸਾਡਾ ਇੱਕ ਇੱਕ ਬੋਲ ਸੱਤ ਹੋਵੇਗਾ। ਸਾਧ ਸੰਗਤ ਜੀ, ਉਦੋਂ ਤੱਕ ਕਿਸੇ ਨੂੰ ਭਾਸਦਾ ਨਹੀਂ ਸੀ, ਕਿਉਂਕਿ ਕੋਈ ਫੌਜਾਂ ਨਹੀਂ ਸਨ, ਕੋਈ ਸ਼ਸਤਰਾਂ ਦਾ ਜ਼ਖੀਰਾ ਨਹੀਂ ਸੀ, ਕੋਈ ਤਖਤ ਨਹੀਂ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਜਿਹੜੀ ਮੀਰੀ ਹੈ ਨਾ ਬਾਦਸ਼ਾਹਤ, ਇਹ ਸਤਿਗੁਰਾਂ ਜੀ ਨੇ ਤੇ ਸਮੇਂ ਉਜਾਗਰ ਕੀਤੀ ਹੈ। ਫਿਰ ਜਦੋਂ
ਦੂਸਰੇ ਯੁੱਧ ਵਿੱਚ ਇਹ ਅਬਦੁਲ ਖਾਨ ਚੜ੍ਹ ਕੇ ਆਇਆ ਤੇ ਜ਼ਿਕਰ ਆ ਰਿਹਾ ਸੀ ਕਿ ਉਹ ਕਹਿੰਦਾ ਸੀ ਕਿ ਤੁਸੀਂ ਤਾਂ ਫਕੀਰਾਂ ਦੀ ਤੁਹਾਡੀ ਗੱਦੀ ਹੈ ਤੇ ਤੁਸੀਂ ਘੋੜੇ ਬਾਜ ਤੇ ਸ਼ਸਤਰ ਕਿਉਂ ਰੱਖ ਲਏ। ਉਹਨ ਚਿੱਠੀ ਵਿੱਚ ਲਿਖਿਆ ਸੀ। ਮਹਾਰਾਜ ਕਹਿੰਦੇ ਸੀ ਤਾਂ ਫਕੀਰਾਂ ਦੀ, ਪਰ ਹਕੂਮਤ ਨੇ ਕੀਤਾ ਜ਼ੁਲਮ, ਹੁਣ ਅਸੀਂ ਮੀਰੀ ਵੀ ਖੋਹ ਲੈਣੀ ਹੈ, ਤੁਹਾਡੇ ਕੋਲੋਂ ਪਾਤਸ਼ਾਹਤ ਖੋਹ ਲੈਣੀ ਹੈ। ਸਤਿਗੁਰਾਂ ਜੀ ਨੇ ਇਹ ਬਖਸ਼ਿਸ਼ ਭਰੇ ਬਚਨ ਗਰੀਬ ਨਵਾਜ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਬਖਸ਼ਿਸ਼ ਕੀਤੇ ਕਿ ਜਿੱਥੇ ਅਸੀਂ ਆਪਣੇ ਘਰ ਅੰਦਰ ਜੋਗ ਬਖਸ਼ਿਸ਼ ਕੀਤਾ ਨਾ, ਉੱਥੇ ਰਾਜ ਵੀ ਬਖਸ਼ਿਸ਼ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜੋ ਖਾਲਸਾ ਪਦ ਦਿੱਤਾ ਹੈ, ਖਾਲਸਾ ਪਦ ਦਾ ਅਰਥ ਹੀ ਹੁਕਮਰਾਨ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜਦੋਂ ਦਿੱਲੀ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਤੁਰਨਾ ਸੀਗਾ, ਜਹਾਂਗੀਰ ਦੇ ਨਾਲ ਮਹਾਰਾਜ ਜੀ ਦੀ ਮੁਲਾਕਾਤ। ਜਹਾਂਗੀਰ ਨੇ ਆਪਣੇ ਵੱਲੋਂ ਆਪਣਾ ਪੱਖ ਪੇਸ਼ ਕਰਦਿਆਂ ਹੋਇਆਂ ਉਸ ਸਮੇਂ ਦੇ ਸਾਰੇ ਹਾਲਾਤ ਦੱਸੇ, ਪਰ ਸਤਿਗੁਰਾਂ ਕਿਹਾ, ਜਹਾਂਗੀਰ ਇੱਥੇ ਤਾਂ ਤੈਨੂੰ ਕੁਝ ਨਹੀਂ ਕਹਿੰਦੇ ਜੇ ਤੂੰ ਚੰਦੂ ਹਵਾਲੇ ਕਰਦਾ ਹੈ, ਪਰ ਪਰਲੋਕ ਵਿੱਚ ਗੁਰੂ ਪਿਤਾ ਦੀ ਸ਼ਹਾਦਤ ਦਾ ਜੋ ਸਜ਼ਾ ਉਹ ਤੈਨੂੰ ਭੋਗਣੀ ਪਵੇਗੀ। ਸਤਿਗੁਰਾਂ ਜੀ ਨੇ ਇਹ ਵਾਕ ਨਿਰਭੈ ਹੋ ਕਰਕੇ ਕਹੇ। ਜਹਾਂਗੀਰ ਡਰ ਗਿਆ। ਚੰਦੂ ਨੂੰ ਜਦੋਂ ਮਹਾਰਾਜ ਜੀ ਦੇ ਹਵਾਲੇ ਕੀਤਾ ਹੈ, ਕਿਹਾ ਹੈ, ਹਜ਼ੂਰ ਇਹ ਤੁਹਾਡਾ ਦੋਸ਼ੀ ਹੈ, ਆਪ ਜੋ ਚਾਹੋ ਇਸ ਨੂੰ ਸਜ਼ਾ ਦਿਓ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਉਸ ਸਮੇਂ ਉਹ ਹੀ ਸਿੱਖ ਖੜੇ ਹੈ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਨੂੰ ਵੇਖਿਆ ਸੀ। ਭਾਈ ਜੇਠਾ, ਭਾਈ ਲੰਗਾ, ਭਾਈ ਪੁਰਾਣਾ, ਭਾਈ ਪੈੜਾ, ਬਾਬਾ ਬਿਧੀ ਚੰਦ ਜੀ ਆਦਿਕ, ਇਹ ਪੰਜੇ ਸਿੱਖ ਵੇਖ ਰਹੇ ਸੀ। ਤੇ ਜਦੋਂ ਹਜ਼ੂਰ ਨੇ ਤਤੀ ਤਵੀ ਦੇ ਚਰਨ ਧਰਿਆ ਸੀ ਨਾ, ਭਾਈ ਪੁਰਾਣਾ ਕਹਿੰਦਾ, ਮਹਾਰਾਜ ਸਾਥੋਂ ਵੇਖਿਆ ਨਹੀਂ ਜਾਂਦਾ, ਸਾਡੀਆਂ ਏਡੀਆਂ ਦੇਹਾਂ, ਆਪ ਦੇ ਸਰੀਰ ਤੇ ਇੰਨਾ ਕਸ਼ਟ, ਸਾਡਾ ਸਰੀਰ ਪਹਿਲਾਂ ਇਸ ਤਤੀ ਤਵੀ ਤੇ ਪਵੇ, ਸਾਡੇ ਸਰੀਰ ਦੇ ਉੱਤੇ ਤੁਸੀਂ ਚੌਂਕੜਾ ਲਾ ਲਓ, ਸਾਡੀਆਂ ਦੇਹਾਂ ਕਿਸ ਕੰਮ ਆਉਣਗੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਪੁਰਾਣਾ ਇਹ ਤੁਹਾਨੂੰ ਸਬਕ ਸਿਖਾ ਰਹੇ ਹਾਂ, ਇਹ ਸਾਡਾ ਜੋ ਭਾਣਾ ਹੈ ਇਹਦੇ ਵਿੱਚ ਦਖਲ ਨਾ ਦਿਓ। ਸਾਈਂ ਮੀਆਂ ਮੀਰ ਨੇ ਵੀ ਤਾਂ ਪੁੱਛਿਆ ਹੀ ਸੀ ਨਾ, ਮਹਾਰਾਜ ਆਖਰ ਕਿਉਂ? ਹਜ਼ੂਰ ਨੇ ਕਿਹਾ, ਸਿੱਖੀ ਨੂੰ ਸ਼ਹਾਦਤ ਦਾ ਸਬਕ ਦੇ ਰਹੇ ਹਾਂ, ਜੇ ਅਸੀਂ ਤਤੀ ਤਵੀ ਤੇ ਚੌਂਕੜਾ ਨਾ ਲਾਇਆ ਤੇ ਕਿਸੇ ਨੇ ਚਰਖੜੀ ਤੇ ਨਹੀਂ ਚੜ੍ਹ ਸਕਣਾ, ਕਿਸੇ ਕੋਲੋਂ ਬੰਦ ਨਹੀਂ ਕਟਵਾਇਆ ਜਾਣਾ। ਹਜ਼ੂਰ ਨੇ ਐਡਾ ਵੱਡਾ ਸਬਕ ਪੜ੍ਹਾਇਆ ਸਤਿਗੁਰਾਂ ਜੀ ਨੇ। ਜਦੋਂ ਵਕਤ ਆਇਆ ਨਾ ਸਤਿਗੁਰਾਂ ਦੇ ਬਚਨ ਸਫਲੇ ਹੋਣ ਦਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਗਿਆ ਕੀਤੀ ਹੈ ਭਾਈ ਜੇਠੇ ਨੂੰ ਕਿ ਭਾਈ ਜੇਠਾ ਪਕੜ ਲੈ ਇਸ ਚੰਦੂ ਨੂੰ, ਜਿਹੜਾ ਬਾਦਸ਼ਾਹ ਦਾ ਦੀਵਾਨ ਅਖਵਾਉਂਦਾ ਏ, ਬੜਾ ਵੱਡਾ ਰੁਤਬਾ, ਹਜ਼ਾਰਾਂ ਲੋਕ ਮਗਰ ਤੁਰਦੇ, ਜੈ ਜੈਕਾਰ ਹੁੰਦੀ, ਆਮ ਬੰਦੇ ਨੂੰ ਮਿਲਣ ਦਾ ਸਮਾਂ ਨਾ ਮਿਲਦਾ। ਚੰਦੂ ਏਡੀ ਵੱਡੀ ਤਾਕਤ ਦਾ ਮਾਲਕ ਸੀ, ਸ਼ਾਹੀ ਪਾਲਕੀਆਂ ਵਿੱਚ ਅਸਵਾਰ ਹੋ ਕਰਕੇ ਜਾਂਦਾ। ਅੱਜ ਭਾਈ ਜੇਠੇ ਨੇ ਧੌਣ 'ਚ ਮੁੱਕੀ ਮਾਰ ਕੇ ਪੱਗ ਲਾ ਲਿੱਤੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਮੁਖ ਤੋਂ ਕੀ ਆਗਿਆ ਕੀਤੀ ਹੈ, ਇਤਿਹਾਸ ਵਿੱਚ ਜਿਵੇਂ ਅੱਗੇ ਆ ਰਿਹਾ, ਪਿਆਰ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜਹਾਂਗੀਰ ਕਹਿ ਜਿਮ ਮਨ ਭਾਵੈ। ਜਹਾਂਗੀਰ ਕਹਿੰਦਾ ਹੈ ਸਤਿਗੁਰਾਂ ਜੀ ਨੂੰ, ਮਹਾਰਾਜ ਜਿਵੇਂ ਤੁਹਾਡੇ ਮਨ ਵਿੱਚ ਪਾਉਂਦਾ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ ਏ, ਕਰੋ ਆਪ ਹਮ ਤਿਮ ਸੁਖ ਪਾਵੈ। ਤਿਵੇਂ ਹੀ ਇਸ ਅਪਰਾਧੀ ਨਾਲ ਕਰੋ, ਮਹਾਰਾਜ ਅਸੀਂ ਤਿਵੇਂ ਹੀ ਸੁਖ ਪਾਵਾਂਗੇ। ਖੁਸ਼ੀ ਦੀਨ ਉਠ ਬਾਹਰ ਆਏ। ਹਜ਼ੂਰ ਨੇ ਉਸ ਵਕਤ ਖੁਸ਼ੀ ਕੀਤੀ
ਤੇ ਮਹਾਰਾਜ ਉੱਠ ਪਏ ਸਤਿਗੁਰੂ ਜੀ ਆਸਣ ਤੋਂ ਤੇ ਮਹਾਰਾਜ ਕਿਲੇ ਤੋਂ ਬਾਹਰ ਆ ਗਏ। ਚੜੇ ਤੁਰੰਗ ਦੁਰਗ ਨਿਕਸਾਏ। ਮਹਾਰਾਜ ਜੀ ਘੋੜੇ ਤੇ ਚੜੇ ਸੱਚੇ ਪਾਤਸ਼ਾਹ ਤੇ ਦੁਰਗ ਕਿਲੇ ਦੇ ਵਿੱਚੋਂ ਮਹਾਰਾਜ ਜੀ ਬਾਹਰ ਆਏ ਐ। ਪੇਖ ਜੇਠੇ ਕੋ ਕਹਿਓ ਰਿਸਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਵੀਰ ਰਸ ਧਾਰ ਕੇ ਭਾਈ ਜੇਠੇ ਵੱਲ ਵੇਖ ਕੇ ਕਹਿਣਾ ਕੀਤਾ, ਵਿੱਚ ਬਾਜ਼ਾਰ ਕਿਸ ਕੋ ਲਿਆਏ। ਮਹਾਰਾਜ ਕਹਿੰਦੇ ਭਾਈ ਜੇਠਾ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਦੀ ਇਹਨੂੰ ਫੇਰ ਕੇ ਲਿਆ। ਭਾਈ ਜੇਠਾ ਜੀ ਨੇ ਉਹਦੀਆਂ ਬਾਹਾਂ ਬੰਨ੍ਹ ਕੇ ਨਾ ਉਹਦੀ ਹੀ ਪੱਗ ਦਾ ਇੱਕ ਲੜ ਆਪਣੇ ਹੱਥ ਵਿੱਚ ਪਕੜਿਆ ਹੋਇਆ ਹੈ। ਹਜੂਰ ਜਦੋਂ ਘੋੜੇ ਤੇ ਚੜ੍ਹਨ ਲੱਗੇ ਐ ਤੇ ਘੋੜੇ ਤੇ ਚੜ੍ਹਦਿਆਂ ਹੀ ਮਹਾਰਾਜ ਜੀ ਨੇ ਆਖਿਆ, ਭਾਈ ਜੇਠਾ ਇਹਨੂੰ ਸਿੱਧਾ ਨਾ ਡੇਰੇ ਲੈ ਕੇ ਆਈ। ਮਜਨੂ ਟਿੱਲੇ ਦਿੱਲੀ ਤੋਂ ਬਾਹਰ ਅੱਜ ਤਾਂ ਉਹ ਵਸੋਂ ਉਸ ਤੋਂ ਵੀ ਅੱਗੇ ਚਲੀ ਗਈ। ਇਹ ਦਿੱਲੀ ਦੇ ਬਾਰ ਅਸਥਾਨ ਸਤਿਗੁਰੂ ਜੀ ਇੱਥੇ ਪੜਾਅ ਪਾਇਆ ਕਰਦੇ ਸੀ। ਮਹਾਰਾਜ ਜੀ ਦਾ ਉੱਥੇ ਪੜਾਅ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜੇਠਾ ਇਹਨੂੰ ਬਾਜ਼ਾਰਾਂ ਦੇ ਵਿੱਚ ਦੀ ਫੇਰ ਕੇ ਲਿਆਉਣਾ ਕਰ। ਗੁਰ ਸਿੱਖਨ ਸੰਗ ਹੁਕਮ ਉਚਾਰੋ। ਤੇ ਜਿਹੜੇ ਦਿੱਲੀ ਦੇ ਨਿਵਾਸੀ ਗੁਰਸਿੱਖ ਹੈ ਨਾ, ਗੁਰੂ ਨਾਨਕ ਸਾਹਿਬ ਦੇ ਸਿੱਖ, ਉਹਨਾਂ ਦੇ ਤਾਂ ਹੀ ਸਾਡਾ ਹੁਕਮ ਸੁਣਾ ਦਿਓ ਪਨਹੀ ਪਾਂਚ ਪਾਂਚ ਇਸ ਮਾਰੋ। ਕਿ ਇੱਕ ਸਿੱਖ 5-5 ਜੁੱਤੀਆਂ ਇਹਦੇ ਸਿਰ ਵਿੱਚ ਮਾਰਨਾ ਕਰੇ। ਜੂਤਨ ਕੀ ਬਰਖਾ ਸਿਰ ਹੋਵੇ। ਇਹਦੇ ਸਿਰ ਦੇ ਉੱਤੇ ਜੁੱਤੀਆਂ ਦਾ ਜਦੋਂ ਮੀਂਹ ਪਵੇਗਾ ਸਨੇ ਸਨੇ ਆਨੋ ਸਭ ਜੋਵੇ। ਇਹਨੂੰ ਫਿਰ ਪਤਾ ਲੱਗੇਗਾ। ਹੌਲੀ ਹੌਲੀ ਫਿਰ ਇਹਨੂੰ ਇਉਂ ਜੁੱਤੀਆਂ ਦੀ ਮਾਰ ਕਰਾਉਂਦਿਆਂ ਹੋਇਆਂ ਤੇ ਲੈ ਕਰਕੇ ਆਓ ਡੇਰੇ ਨੂੰ, ਤੇ ਹਰ ਕੋਈ ਜੋਵੈ ਦਾ ਭਾਵ ਹੁੰਦਾ ਵੇਖ ਲਵੇਗਾ ਫਿਰ, ਕਿਉਂਕਿ ਸਭ ਨੇ ਇਹਨੂੰ ਹੁਕਮ ਚਲਾਉਂਦਿਆਂ ਵੇਖਿਆ। ਹਜ਼ਾਰ ਸਿਪਾਹੀ ਪਿੱਛੇ ਤੁਰਦਿਆਂ ਹੋਇਆਂ ਇਹਦੀ ਬੜੀ ਆਭਾ ਵੇਖੀ ਹੈ, ਇਹਦਾ ਬੜਾ ਪ੍ਰਤਾਪ ਵੇਖਿਆ ਹੈ। ਗੁਰੂ ਪਿਤਾ ਦੀ ਅਵੱਗਿਆ ਇਹਨ ਕੀਤੀ ਹੈ ਤੇ ਸੰਸਾਰ ਦੇ ਲੋਕ, ਇਸ ਭਾਰਤ ਵਰਸ਼ ਦੇ ਲੋਕ ਵੇਖ ਲੈਣ ਕਿ ਜੇ ਗੁਰੂ ਕਿਆਂ ਦਾ ਨਰਾਦਰ ਕਰੀਦਾ ਤੇ ਉਹਦਾ ਕੀ ਹਾਲ ਹੁੰਦਾ ਏ। ਏਮ ਕਹਿ ਗੁਰੂ ਤੁਰੰਗ ਚਲਾਇਓ। ਇਉਂ ਕਹਿ ਕੇ ਸਤਿਗੁਰਾਂ ਜੀ ਨੇ ਘੋੜੇ ਨੂੰ ਤੇ ਸਮੇਂ ਚਲਾਉਣਾ ਕੀਤਾ। ਹਜੂਰ ਨੇ ਘੋੜਾ ਤੋਰ ਲਿਆ। ਪਾਛੇ ਜੇਠਾਦਕ ਸਮਦਾਇਓ। ਪਿੱਛੋਂ ਭਾਈ ਜੇਠਾਦਕ ਜਿਹੜੇ ਬਹੁਤੇ ਸਿੱਖ ਹਨ। ਨਗਨ ਸੀਸ ਚੰਦੂ ਕੋ ਕਰਕੇ। ਨੰਗਾ ਸਿਰ ਇਸ ਚੰਦੂ ਦਾ ਕਰਕੇ। ਡਾਰੀ ਖਾਕ ਮੁਸ਼ਟ ਭਰ ਭਰ ਕੇ। ਤੇ ਜਿਹੜਾ ਖੇਸ ਵਾਹ ਸੀ ਨਾ, ਉਹ ਮੁੱਠਾਂ ਭਰ ਭਰ ਕੇ ਦੇ ਸਿਰ 'ਚ ਤੇ ਸਮੇਂ ਪਾਉਣਾ ਕੀਤੀ। ਹਾਥ ਬਿਖੈ ਪਨਹੀ ਗਹਿ ਲੀਨੇ। ਤੇ ਹੱਥ ਵਿੱਚ ਭਾਈ ਜੇਠਾ ਜੀ ਨੇ ਜੁੱਤੀ ਫੜ ਲੈਣਾ ਕੀਤੀ। ਜਹਾਂ ਨਰਨ ਕੇ ਗਨ ਬਹੁ ਚੀਨੇ। ਜਿੱਥੇ ਬਹੁਤ ਲੋਕ ਇਕੱਠੇ ਹੋਏ ਸੀ ਨਾ ਕਿਲੇ ਤੋਂ ਬਾਹਰ, ਉੱਥੇ ਲੈ ਗਏ ਭਾਈ ਜੇਠਾ ਜੀ। ਨਾਲੇ ਜਦੋਂ ਥੋੜਾ ਜਿਹਾ ਅਟਕਦਾ ਨਾ, ਸਿਰ 'ਚ ਕਾੜ ਕਰਕੇ ਜੁੱਤੀ ਮਾਰਦੇ ਆ ਤੇ ਤੋਰਦੇ ਅੱਗੇ ਚੰਦੂ ਨੂੰ। ਇਉਂ ਇਸ ਨੂੰ ਤੋਰ ਰਹੇ ਹਨ। ਤਾਹਾਂ ਕਹੈ ਮੁਖ ਊਚ ਪੁਕਾਰ। ਜਿੱਥੇ ਬਹੁਤ ਲੋਕਾਂ ਦਾ ਇਕੱਠ ਸੀ, ਭਾਈ ਜੇਠਾ ਜੀ ਨੇ ਉੱਚੀ ਪੁਕਾਰ ਕੇ ਕਹਿਣਾ ਕੀਤਾ, ਇਹ ਗੁਰ ਦਰੋਹੀ ਕੈ ਸਿਰ ਮਾਰ। ਕਹਿਣ ਲੱਗਾ, ਸਿੱਖੋ ਇਹ ਗੁਰੂ ਘਰ ਦਾ ਵੈਰੀ ਹੈ ਤੇ ਇਹਦੇ ਸਿਰ ਦੇ ਉੱਤੇ ਮਹਾਰਾਜ ਨੇ ਆਗਿਆ ਕੀਤੀ ਹੈ ਕਿ ਜੁੱਤੀਆਂ ਦੀ ਮਾਰ ਹੋਵੇ। ਜੋ ਸਤਿਗੁਰ ਕੋ ਸਿੱਖ ਕਹਾਵੇ। ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਕਹਾਉਂਦਾ ਹੈ ਆਪਣੇ ਆਪ ਨੂੰ, ਪਨਹੀ ਪੰਚ ਦੁਸ਼ਟ ਕੋ ਲਾਵੇ। ਉਹ 5 ਜੁੱਤੀਆਂ ਇਸ ਦੁਸ਼ਟ ਦੇ ਸਿਰ ਵਿੱਚ ਮਾਰਨਾ ਕਰੇ। ਜਬ ਸੰਗਤ ਮੈਂ ਸੁਧ ਅਸ ਪਾਈ। ਜਦੋਂ ਦਿੱਲੀ ਦੀ ਸੰਗਤ ਵਿੱਚ ਇਹੋ ਜੀ ਖਬਰ ਪਈ ਹੈ, ਸਭ ਨੂੰ ਪਤਾ ਲੱਗਿਆ ਏ ਗਹਿ ਚੰਦੂ ਕੀ ਮੁਸਕ ਚੜਾਈ। ਕਿ ਚੰਦੂ ਦੀਵਾਨ ਨੂੰ ਪਕੜ ਲਿਆ ਏ। ਦਿੱਲੀ ਲੱਗਾ ਕਿ ਦੀਵਾਨ ਚੰਦੂ ਦੀਆਂ ਮੁਸ਼ਕਾਂ ਬੰਨ ਲਈਆਂ। ਭਾਈ ਜੇਠਾ ਗੁਰੂ ਕਾ ਸਿੱਖ ਉਹਨੂੰ ਬਾਜ਼ਾਰਾਂ 'ਚ ਲਈ ਫਿਰਦਾ ਏ। ਜਦੋਂ ਇਉਂ ਪਤਾ ਲੱਗਾ ਹੈ, ਧਾਏ ਮਨੋ ਆਨੰਦ ਕੋ ਲੂਟਨ। ਤੇ ਇਉਂ ਦੌੜ ਦੌੜ ਕੇ ਸਿੱਖ ਆਉਣ ਲੱਗੇ, ਜਾਣੋ ਕਿ ਆਨੰਦ ਹੀ ਲੁੱਟਣ ਵਾਸਤੇ ਇਕੱਠੇ ਹੋਣ ਲੱਗ ਪਏ ਕਿ ਚਲੋ ਵੇਖੀਏ, ਜਿਸ ਪਾਪੀ ਨੇ ਕਿਹਾ ਸੀ ਕਿ ਚਬਾਰੇ ਦੀ ਇੱਟ ਮੋਰੀ ਨੂੰ ਲਾਤੀ, ਉਹਨੂੰ ਪਤਾ ਤਾਂ ਲੱਗੇ ਕਿ ਗੁਰੂ ਕਾ ਨਰਾਦਰ ਕੀਤਾ ਕਿਹੋ ਜਿਹਾ ਫਲ ਭੁਗਤਣਾ ਪੈਂਦਾ ਏ। ਫਿਰ ਹਜੂਰ ਦੀ ਇੰਨੀ ਨਰਾਦਰੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਸਾ ਦੀਆਂ ਸਜ਼ਾਵਾਂ ਦਿੱਤੀਆਂ। ਉਹਨੂੰ ਪਤਾ ਲੱਗੇ ਕਿ ਗੁਰੂ ਕਿਆਂ ਨਾਲ ਜੇ ਇਹੋ ਜੀ ਕੌੜੀ ਨਿਗਾਹ ਨਾਲ ਵੇਖੀਏ, ਗੁਰੂ ਕਿਆਂ ਦਾ ਨਰਾਦਰ ਕਰੀਏ ਤੇ ਉਹਦਾ ਫਲ ਕੀ ਮਿਲਦਾ ਹੈ।
ਇਕੱਠੇ ਹੋਣ ਲੱਗ ਪਏ ਸਿੱਖ। ਬੜਾ ਉਹਨਾਂ ਨੂੰ ਖੁਸ਼ੀ ਹੋਈ, ਆਨੰਦ ਹੋਇਆ ਸੁਣ ਸੁਣ ਕੇ। ਗੁਰ ਦਰੋਹੀ ਕੇ ਸਿਰ ਕੋ ਕੂਟਨ, ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵੈਰੀ ਦੇ ਸਿਰ ਨੂੰ ਕੁੱਟਣ ਵਾਸਤੇ ਸ਼ਾਹੋ ਦੀਵਾਨ ਜਾਨ ਕੁਛ ਡਰੈ। ਤੇ ਇਕੱਠੇ ਹੋਣ ਲੱਗੇ ਉਹਦੇ ਸਿਰ ਵਿੱਚ ਜੁੱਤੀਆਂ ਮਾਰਨ ਵਾਸਤੇ। ਤੇ ਕੁਝ ਕੁ ਕਵੀਰਾਜ ਕਹਿੰਦੇ ਆ ਬਾਦਸ਼ਾਹ ਦਾ ਦੀਵਾਨ ਜਾਣ ਕੇ ਕਿ ਜੇ ਇਹ ਗੁਰੂ ਸਾਹਿਬ ਨੇ ਛੱਡਤਾ ਕੱਲ ਨੂੰ ਫਿਰ ਦੀਵਾਨ ਦੇ ਅਹੁਦੇ ਤੇ ਆ ਗਿਆ, ਇਉਂ ਸੋਚ ਕੇ ਕੁਝ ਕੁ ਡਰਦੇ ਆ। ਪਨਹੀ ਹਾਥ ਛੁਪਾਵਨ ਕਰੈ, ਜੁੱਤੀ ਮਾਰਨ ਨੂੰ ਜੀ ਤਾਂ ਕਰਦਾ ਪਰ ਦਿਲੋਂ ਡਰਦੇ ਵੀ ਆ। ਕਈ ਦੁਨਿਆਵੀ ਹੁੰਦੇ ਹਨ ਕਿ ਜੇ ਇਹ ਦੀਵਾਨ ਕੱਲ ਨੂੰ ਫਿਰ ਉਸ ਅਹੁਦੇ ਤੇ ਆ ਗਿਆ ਤੇ ਫਿਰ ਸਾਡਾ ਕੀ ਹਾਲ ਹੋਊਗਾ। ਪਰ ਜੁੱਤੀ ਮਾਰਨ ਨੂੰ ਦਿਲ ਕਰਦਾ ਹੈ। ਜੁੱਤੀ ਛੁਪਾ ਕੇ ਨਾ, ਲੁਕਾ ਕੇ, ਕੋਲ ਕੋਲ ਹੁੰਦੇ ਆ ਪਿੱਛੋਂ ਦੀ। ਦ੍ਰਿਸ਼ਟ ਬਚਾਏ ਕੇ ਹੋਏ ਪਿਛਾਰੀ, ਉਹਦੀ ਦ੍ਰਿਸ਼ਟੀ ਤੋਂ ਬਚਾ ਕਰਕੇ ਪਿੱਛੋਂ ਦੀ ਹੋ ਕਰਕੇ। ਬਲ ਤੇ ਕਰਹਿ ਜੂਤ ਗਨ ਮਾਰੀ, ਬਲ ਕਰਕੇ ਬਹੁਤੀਆਂ ਜੁੱਤੀਆਂ ਮਾਰਦੇ ਆ ਕਿ ਸਾਹਮਣੇ ਆਉਂਦੀ ਨਹੀਂ ਮਾਰਦੇ। ਕਈ ਝੱਕਦੇ ਕਿ ਦੀਵਾਨ ਹੈ ਪਰ ਜੁੱਤੀ ਮਾਰਨ ਨੂੰ ਦਿਲ ਕਰਦਾ, ਪਿੱਛੋਂ ਦੀ ਹੋ ਕੇ ਜੁੱਤੀ ਸਿਰ ਵਿੱਚ ਮਾਰਦੇ ਆ। ਆਏ ਚੌਂਪ ਤੇ ਹਰਖ ਕਰਨ ਤੇ, ਬਹੁਤ ਉਤਸ਼ਾਹ ਦੇ ਨਾਲ, ਬੜੇ ਚਾਅ ਦੇ ਨਾਲ, ਖੁਸ਼ ਹੁੰਦੇ ਹੋਏ ਸਿੱਖ ਆ ਰਹੇ ਆ। ਸਿਰ ਚੰਦੂ ਕੇ ਜੂਤ ਹਨੰਤੇ, ਬਹੁਤ ਸਿਰ ਵਿੱਚ ਚੰਦੂ ਦੇ ਜੁੱਤੀਆਂ ਵੱਜਦੀਆਂ ਨੇ। ਤਬ ਜੇਠੇ ਨੇ ਕਹਿਓ ਪੁਕਾਰੇ, ਤਦੋਂ ਭਾਈ ਜੇਠਾ ਜੀ ਨੇ ਉੱਚੀ ਪੁਕਾਰ ਕੇ ਕਹਿਣਾ ਕੀਤਾ। ਇਸ ਤੇ ਕਹਾਂ ਤਰਾਸ ਅਬ ਧਾਰੇ, ਕਹਿੰਦੇ ਆ ਭਾਈ ਜੇਠਾ ਜੀ, ਉਹ ਸਿੱਖੋ ਇਸ ਦੀਵਾਨ ਚੰਦੂ ਕੋਲ ਹੁਣ ਕਾਹਦਾ ਡਰ ਧਾਰਦੇ ਹੋ? ਇਹ ਕੋਈ ਦੀਵਾਨ ਨਹੀਂ ਰਿਹਾ। ਭਾਈ ਜੇਠਾ ਜੀ ਕਹਿੰਦੇ ਕਿਉਂ ਇਸ ਦੇ ਕੋਲੋਂ ਡਰ ਮੰਨਦੇ ਹੋ? ਸਤਿਗੁਰ ਹੁਕਮ ਕਰਹੁ ਇਸ ਮਾਰੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਤੇ ਅੱਗੇ ਵੱਧ ਕੇ ਇਸ ਦੇ ਸਿਰ 'ਚ ਮਾਰ ਕਰਨਾ ਕਰੋ। ਸਨੇ ਸਨੇ ਇਮ ਚੱਲ ਬਜ਼ਾਰੇ, ਇਉਂ ਹੌਲੀ ਹੌਲੀ ਬਾਜ਼ਾਰ ਦੇ ਵਿੱਚ ਦੀ ਲੈ ਕੇ ਭਾਈ ਜੇਠਾ ਜੀ ਜਾ ਰਹੇ ਐ। ਸਿੱਧਾ ਵੀ ਲਿਜਾ ਸਕਦੇ ਸੀ ਪਰ ਆਵਾਮ ਨੂੰ ਦਿਖਾਉਣਾ ਸੀ। ਜਿਹੜੇ ਲੋਕ ਇਹ ਜਾਣਦੇ ਸਨ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਇਸ ਨੇ ਸ਼ਹੀਦ ਕੀਤਾ ਹੈ, ਉਹਨਾਂ ਨੂੰ ਦਿਖਾਉਣਾ ਸੀ ਕਿ ਜੇ ਬਾਦਸ਼ਾਹ ਦਾ ਦੀਵਾਨ ਚੰਦੂ ਹਕੂਮਤ ਦੇ ਨਸ਼ੇ ਵਿੱਚ ਆ ਕਰਕੇ ਉਸਨੇ ਇਹ ਗਲਤੀ ਕੀਤੀ ਸੀ ਤੇ ਉਸ ਦਾ ਹਸ਼ਰ ਵੇਖੋ ਕੀ ਹੋ ਰਿਹਾ ਹੈ। ਭਾਰਤ ਵਰਸ਼ ਦੇ ਲੋਕ ਵੇਖ ਰਹੇ ਸੀ। ਭਾਈ ਜੇਠਾ ਜੀ ਲੋਕਾਂ ਨੂੰ ਦਿਖਾ ਰਹੇ ਐ ਇਸ ਚੰਦੂ ਦੀ ਹਾਲਤ। ਦੇਖੇ ਲੋਕ ਹਜ਼ਾਰੋਂ ਖਰੇ, ਹਜ਼ਾਰਾਂ ਲੋਕ ਦੂਰ ਦੂਰ ਖੜੇ ਵੇਖਦੇ ਆ ਚੰਦੂ ਦੇ ਸਿਰ ਵਿੱਚ ਜੁੱਤੀਆਂ ਦੀ ਮਾਰ ਹੁੰਦੀ। ਪਹੁੰਚੇ ਸਿੱਖ ਮਾਰ ਸਿਰ ਕਰੇ, ਪਹੁੰਚਦੇ ਆ ਸਿੱਖ ਧਾ ਧਾ ਕੇ ਤੇ ਸਿਰ ਵਿੱਚ ਮਾਰ ਕਰਦੇ ਹਨ ਜੁੱਤੀਆਂ ਦੀ। ਸ਼ਮਸ ਸੇਤ ਤਨ ਬੈਸ ਬਿਸਾਲਾ, ਸਰੀਰ ਦੀ ਉਮਰ ਵੀ ਬਾਹਲੀ ਐ ਤੇ ਮੂੰਹ ਤੇ ਦਾੜਾ ਚਿੱਟਾ ਹੋ ਗਿਆ ਚੰਦੂ ਦੇ। ਪਰੇ ਮਾਰ ਨਹਿ ਰਹਿ ਸੰਭਾਲਾ, ਇੰਨੀ ਜੁੱਤੀਆਂ ਦੀ ਮਾਰ ਪਈ ਇਹਨੂੰ ਸੰਭਾਲ ਨਹੀਂ ਰਹੀ ਐ। ਪੁਰ ਕੀ ਨਾਰ ਅਰੂਡੀ ਉੱਚੇ, ਤੇ ਜਿਹੜੀਆਂ ਦਿੱਲੀ ਦੇ ਅੰਦਰ ਮੁਸਲਮਾਨਾਂ ਦੀਆਂ ਔਰਤਾਂ ਹੈ ਨਾ, ਤੇ ਉਹ ਚੜ ਗਈਆਂ ਅਟਾਰੀਆਂ ਤੇ। ਵੇਖਣ ਲੱਗ ਪਏ ਸਾਰੇ ਲੋਕ। ਕੋਈ ਉੱਚੀ ਉੱਚੀ ਥਾਵਾਂ ਤੇ ਚੜੇ ਵੇਖਦੇ ਐ। ਸਿੱਖਾਂ ਦੀਆਂ ਇਸਤਰੀਆਂ ਵੀ ਵੇਖਦੀਆਂ ਹਨ ਉੱਚੀਆਂ ਥਾਵਾਂ ਤੇ ਚੜ ਕਰਕੇ। ਕੌਤਕ ਹੋਵਤ ਜਹਾਂ ਪਹੁੰਚੇ, ਜਿੱਥੇ ਚੰਦੂ ਪਹੁੰਚਦਾ ਨਾ ਬਾਹਲਾ ਉਥੇ ਰੌਲਾ ਜਿਹਾ ਮਚਦਾ, ਹੱਲਾ ਗੁੱਲਾ ਜਿਹਾ ਹੋ ਜਾਂਦਾ। ਭੱਜ ਭੱਜ ਕੇ ਮਾਰਦੇ ਜੁੱਤੀਆਂ। ਹਰ ਕੋਈ ਸੋਚਦਾ ਮੈਂ ਨਾ ਰਹਿ ਜਾ, ਕਿਉਂਕਿ ਮਹਾਰਾਜ ਆਖਿਆ ਵੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਉਹ ਖੁਸ਼ੇ ਲੁੱਟੇ। ਫਿਰ ਹਰ ਕੋਈ ਅੱਗੇ ਹੋ ਕਰਕੇ ਸਿੱਖ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਪੰਜ ਪੰਜ ਜੁੱਤੀਆਂ ਗਿਣ ਗਿਣ ਕੇ ਮਾਰਦੇ ਆ। ਕਰਤਬ ਲੋਕਨ ਨਾਰ ਗਨ ਨਾਰੀ, ਬਹੁਤ ਪੁਰਸ਼ ਇਸਤਰੀਆਂ ਦਿੱਲੀ ਦੇ ਵਾਸੀ ਲੋਕ ਆਪਣੀਆਂ ਅੱਖਾਂ ਨਾਲ ਵੇਖ ਰਹੇ ਆ ਚੰਦੂ ਦੇ ਪੈਂਦੀ ਹੋਈ ਮਾਰ। ਕੋ ਮਾਰਹਿ ਕੋ ਦੇਵਤ ਗਾਰੀ, ਕੋਈ ਮਾਰ ਰਿਹਾ ਤੇ ਕੋਈ ਉਹਨਾਂ ਨੂੰ ਉਸ ਚੰਦੂ ਨੂੰ ਗਾਲਾਂ ਦੇ ਰਿਹਾ ਕਿ ਪਾਪੀਆ ਤੂੰ ਐਡਾ ਕੁਕਰਮ ਕੀਤਾ, ਐਡਾ ਪਾਪ ਕਰਮ ਕਮਾਇਆ, ਵੇਖ ਤੈਨੂੰ ਹੁਣ ਸਜ਼ਾ ਭੋਗਣੀ ਪੈ ਰਹੀ ਹੈ। ਕੋ ਮੁਖ ਉਪਰ ਜੂਤ ਬਜਾਵੇ, ਕੋਈ ਤਾਂ ਸਿਰ 'ਚ ਨਹੀਂ ਮੂੰਹ ਦੇ ਉੱਤੇ ਆ ਕੇ ਉਸਦੇ ਜੁੱਤੀਆਂ ਮਾਰਦਾ ਏ। ਕੋ ਭਰ ਮੁਸ਼ਟ ਖਾਕ ਕੀ ਪਾਵੇ, ਤੇ ਕੋਈ ਧੂੜ ਮਿੱਟੀ ਸਵਾਹ ਚੁੱਕ ਕਰਕੇ ਨਾ ਬੁੱਕ ਭਰ ਕੇ ਚੰਦੂ ਦੇ ਸਿਰ 'ਚ ਪਾ ਦਿੰਦਾ ਏ। ਮੁਸਕਾਂ ਦੇ ਕਰ ਪਗੀਆ ਸਾਥ, ਤੇ ਇਹਦੀ ਪੱਗ ਦੇ ਨਾਲ ਹੀ ਇਹਦੀਆਂ ਮੁਸਕਾਂ ਬੰਨੀਆਂ ਹੋਈਆਂ ਭਾਈ ਜੇਠਾ ਜੀ ਨੇ। ਪੀਛੇ ਗਹੀ ਸੋ ਜੇਠੇ ਹਾਥ, ਤੇ ਪਿੱਛੋਂ ਪੱਗ ਦਾ ਇੱਕ ਲੜ ਭਾਈ ਜੇਠਾ ਜੀ ਨੇ ਆਪਣੇ ਹੱਥ ਵਿੱਚ ਫੜਿਆ ਹੋਇਆ ਏ। ਆਗੇ ਕਰਿਓ ਚਲਤਪੁਰ ਮਾਹੀ, ਤੇ ਅੱਗੇ ਲਾਇਆ ਹੋਇਆ ਚੰਦੂ ਨੂੰ
ਦਿੱਲੀ ਸ਼ਹਿਰ ਦੇ ਵਿੱਚ ਇਹਨੂੰ ਅੱਗੇ ਲਾ ਕੇ ਤੋਰ ਰਹੇ ਆ। ਭਰਿਓ ਧੂਰ ਪਰਖਿਓ ਨਹਿ ਜਾਹੀ। ਉਹੋ ਹੀ ਹੈ ਚੰਦੂ, ਪਛਾਣ ਹੀ ਨਹੀਂ ਆ ਰਹੀ, ਇੰਨੀ ਸਵਾਹ ਸਿਰ 'ਚ ਪਾਤੀ ਸਿੱਖਾਂ ਨੇ, ਇੰਨੀ ਧੂੜ ਮਿੱਟੀ ਪਾਤੀ ਸਿਰ 'ਚ, ਇੰਨੀ ਜੁੱਤੀਆਂ ਦੀ ਮਾਰ ਕੀਤੀ, ਪਹਿਚਾਣ ਨਹੀਂ ਹੁੰਦੀ ਕਿ ਇਹ ਬਾਦਸ਼ਾਹ ਦਾ ਦੀਵਾਨ ਚੰਦੂ ਉਹੋ ਹੀ ਹੈ। ਇਹਦੀ ਪਹਿਚਾਣ ਨਹੀਂ ਵੇਖਿਆ ਹੋ ਰਹੀ ਹੈ। ਦੌਰ ਦੌਰ ਬਾਲਕ ਗਨ ਆਵੈ। ਬੱਚੇ ਵੀ ਦੌੜ ਦੌੜ ਕੇ ਬਹੁਤ ਸਾਰੇ ਆਉਣ ਲੱਗੇ। ਅੰਜੁਲ ਭਰੇ ਖਾਕ ਕੇ ਪਾਵੈ। ਸਵਾਹ ਦੇ ਬੁੱਕ ਭਰ ਭਰ ਕੇ ਚੰਦੂ ਦੇ ਸਿਰ 'ਚ ਪਾਉਂਦੇ ਆ। ਇਹ ਭਰੂਵਾ ਗੁਰ ਦੋਹੀ ਮਹਾ। ਕਹਿੰਦੇ ਇਹ ਵੱਡਾ ਪਾਪੀ ਵੈਰੀ, ਗੁਰੂ ਘਰ ਨਾਲ ਇਸ ਨੇ ਵੈਰ ਕਮਾਇਆ ਸੀਗਾ। ਜਾਹੇ ਪਰਵਾਰਤ ਬਹੁ ਜਹ ਕਹਾ। ਜਿੱਥੇ ਕਿਥੇ ਤੁਰਦਾ ਸੀ ਇਹਦੇ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਸੀ, ਘਿਰਿਆ ਰਹਿੰਦਾ ਸੀ। ਖੁਸ਼ਾਮਦੀ ਲੋਕ ਇਹਨੂੰ ਨਮਸਕਾਰਾਂ ਕਰਦੇ ਸੀ। ਕਿਸੇ ਦਾ ਕੰਮ ਕਰਾਉਣਾ ਸਰਕਾਰੇ ਦਰਬਾਰੇ ਕੋਈ ਗੱਲ, ਦੀਵਾਨ ਹੁੰਦਾ ਸੀ ਨਾ, ਫਿਰ ਬਹੁਤ ਜ਼ਿਆਦਾ ਇਹਦੇ ਦੁਆਲੇ ਭੀੜ ਰਹਿੰਦੀ ਸੀ ਲੋਕਾਂ ਦੀ। ਹਤਨ ਪਵਿੱਤਰ ਕਹੇ ਨਰ ਕੋਈ। ਤੇ ਕੋਈ ਸਿੱਖ ਕਹਿੰਦੇ ਆ ਵੀ ਜੁੱਤੀ ਮਾਰਨੀ ਬੜਾ ਹੀ ਪੁੰਨ ਕਰਮ ਹੈ, ਰਹਿ ਨਾ ਜਾਇਓ, ਫਲ ਬਹੁਤ ਮਿਲੂਗਾ। ਇਉਂ ਸਿੱਖ ਆਪਸ ਵਿੱਚ ਕੋਈ ਇਉਂ ਕਹਿੰਦੇ ਆ। ਇਹ ਗੁਰ ਦਰੋਹੀ ਦੋਖ ਨਾ ਕੋਈ। ਇਹ ਗੁਰੂ ਘਰ ਦਾ ਵੈਰੀ ਹੈ, ਦੋਸ਼ ਨਹੀਂ ਕੋਈ ਲੱਗਣਾ, ਸਗੋਂ ਦੋਸ਼ ਉਤਰ ਜਾਣਗੇ ਇਹਦੇ ਸਿਰ 'ਚ ਜੇ ਮਾਰਾਂਗੇ ਜੁੱਤੀ। ਇਸ ਪ੍ਰਕਾਰ ਮਾਰਤ ਲੈ ਗਏ। ਇਸ ਤਰ੍ਹਾਂ ਚੰਦੂ ਨੂੰ ਮਾਰਦਿਆਂ ਹੋਇਆਂ ਕੁੱਟ ਮਾਰ ਹੁੰਦੀ ਹੈ ਉਸਦੀ, ਭਾਈ ਜੇਠਾ ਜੀ ਲੈ ਕਰਕੇ ਗਏ ਆ। ਡੇਰੇ ਵਿਖੇ ਪਹੁੰਚਤ ਭਏ। ਡੇਰੇ ਦੇ ਵਿੱਚ ਜਦੋਂ ਜਿੱਥੇ ਮਜਨੂ ਟਿੱਲੇ ਅਸਥਾਨ ਤੇ ਸਤਿਗੁਰਾਂ ਜੀ ਦਾ ਪੜਾ ਪਿਆ, ਜਦੋਂ ਉੱਥੇ ਪਹੁੰਚੇ ਆ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਜਸ ਵਿਸਾਲ ਕੋ ਪਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਬਹੁਤ ਵੱਡਾ ਹਜੂਰ ਦਾ ਜਸ ਹੋਇਆ। ਕਿਉਂਕਿ ਇੱਕ ਤਾਂ ਮਹਾਰਾਜ ਜੀ ਨੇ 52 ਰਾਜੇ ਰਿਹਾ ਕਰਵਾ ਦਿੱਤੇ ਸਤਿਗੁਰਾਂ ਨੇ ਗਵਾਲੀਅਰ ਦੇ ਕਿਲੇ ਅੰਦਰੋਂ। ਸਾਰੇ ਭਾਰਤ ਵਰਸ਼ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਜਸ ਜਿਹੜਾ ਸੀ ਉਹ ਗਾਇਆ ਜਾਣ ਲੱਗਾ। ਦੂਸਰਾ ਜੋ ਸਤਿਗੁਰਾਂ ਜੀ ਨੇ ਬੋਲ ਕਹੇ ਸੀ, ਜਹਾਂਗੀਰ ਦਾ ਦੀਵਾਨ ਚੰਦੂ, ਉਸ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਜੀ ਮਾਰ ਕਰਵਾਈ, ਬਹੁਤ ਵੱਡਾ ਗੁਰੂ ਘਰ ਦਾ ਜਸ ਹੋਇਆ। ਲਿਓ ਬੈਰ ਪਿਤ ਕੋ ਭਲੇ ਗਹਿਓ ਦੁਸ਼ਟ ਦੁਖਦਾਏ। ਦੁਖਦਾਈ ਜਿਹੜਾ ਦੁਸ਼ਟ ਸੀ ਚੰਦੂ, ਸੱਚੇ ਪਾਤਸ਼ਾਹ ਨੇ ਉਸ ਨੂੰ ਪਕੜ ਲਿਆ। ਪਿਤਾ ਸਤਿਗੁਰਾਂ ਦੀ ਸ਼ਹਾਦਤ ਦਾ ਜੋ ਬਦਲਾ ਸੀ, ਮਹਾਰਾਜ ਜੀ ਨੇ ਜੋ ਬਚਨ ਕੀਤੇ ਸੀ, ਉਹ ਹਜੂਰ ਨੇ ਪੂਰਾ ਕਰ ਦਿੱਤਾ। ਚੌਪਈ ਵੱਡ ਅਪਰਾਧ ਕਰਿਓ ਜਿਨ ਜੈਸੇ। ਜਿਸ ਨੇ ਜਿਹੋ ਜਿਹਾ ਵੱਡਾ ਅਪਰਾਧ ਕੀਤਾ ਸੀ, ਦਈ ਸਜਾਏ ਦੀਰਗਾ ਤੈਸੇ। ਤਿਵੇਂ ਹੀ ਦੀਰਗਾ ਵੱਡੀ ਸਜ਼ਾ ਜਿਹੜੀ ਸੀ ਨਾ ਉਹ ਦੇਣਾ ਕੀਤੀ। ਭਾਵੇਂ ਕਿ ਇਹ ਸਜ਼ਾ ਤਾਂ ਜਿਹੋ ਜੀ ਸਜ਼ਾ ਚੰਦੂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਦਿੱਤੀ ਹੈ, ਹਜੂਰ ਨੇ ਤਾਂ ਫਿਰ ਵੀ ਦਇਆ ਹੀ ਕੀਤੀ, ਨਰਾਦਰੀ ਇਸ ਦੀ ਕਰਵਾਈ ਹੈ ਸੱਚੇ ਪਾਤਸ਼ਾਹ ਨੇ। ਕਿਉਂਕਿ ਜਿੱਡਾ ਵੱਡਾ ਰੁਤਬਾ ਸਮਝਦਾ ਸੀ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਰੁਤਬੇ ਦਾ ਸਾਰਾ ਮਾਣ ਗਵਾਤਾ ਇਸ ਦਾ। ਜੋ ਇਹਨੇ ਸਤਿਗੁਰਾਂ ਜੀ ਨੂੰ ਸਜ਼ਾ ਦਿੱਤੀਆਂ ਸਨ, ਮਹਾਰਾਜ ਸੱਚੇ ਪਾਤਸ਼ਾਹ ਨੂੰ ਉਬਲ ਦੀ ਦੇਗ ਵਿੱਚ ਸਾਰਾ ਦਿਨ ਬਿਠਾਇਆ ਸੀ ਇਸ ਪਾਪੀ ਨੇ। ਫਿਰ ਸੱਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾਇਆ, ਮਹਾਰਾਜ ਜੀ ਦੇ ਸ਼ੀਸ਼ ਤੇ ਅੰਗਿਆਰਾਂ ਵਰਗਾ ਰੇਤਾ ਪਾਇਆ। ਮਹਾਰਾਜ ਜੀ ਨੂੰ ਏਡੀ ਵੱਡੀ ਆਪਣੇ ਵੱਲੋਂ ਵਾਅਦਾ ਦੇਣਾ ਚਾਹੁੰਦਾ ਸੀ, ਭਾਵੇਂ ਕਿ ਸਤਿਗੁਰੂ ਜੀ ਤਾਂ ਸਦਾ ਉੱਥੇ ਵਾਸ ਹੈ ਜਿੱਥੇ ਕਿਸੇ ਪ੍ਰਕਾਰ ਕੋਈ ਦੁੱਖ ਪਹੁੰਚ ਹੀ ਨਹੀਂ ਸਕਦਾ। ਪਰ ਇਹਨਾਂ ਆਪਣੇ ਵੱਲੋਂ ਕਿਹਾ ਸੀ ਕਿ ਜੇ ਇਹਨਾਂ ਨੂੰ ਪਿਆਸ ਲੱਗੇ ਤੇ ਪੀਣ ਨੂੰ ਪਾਣੀ ਮੰਗਣ ਤੇ ਕਹਿਣਾ 1 ਲੱਖ ਰੁਪਈਆ ਗਿਣ ਕੇ ਦਿਓ ਤੇ ਪੀਣ ਨੂੰ ਪਾਣੀ ਦੇ ਦਿਓ। ਜੇ ਕਹਿਣ ਭੁੱਖ ਲੱਗੀ ਹੈ, ਕਹਿਣਾ ਕਿ 1 ਲੱਖ ਰੁਪਈਆ ਕੱਢੋ ਤੇ ਦੇਣਾ ਮਨਜ਼ੂਰ ਕਰੋ ਤੇ ਖਾਣ ਨੂੰ ਭੋਜਨ ਦੇਣਾ। ਜੇ ਕਹਿਣ ਕਿ ਨੀਂਦਰ ਬੜੀ ਆਈ ਹੈ, ਸੌਣਾ ਹੈ, ਪਿੱਠ ਲਾਉਣ ਨੂੰ ਚਾਹਣ ਤੇ ਕਹਿਣਾ 1 ਲੱਖ ਰੁਪਈਆ ਕੱਢ ਕੇ ਦਿਓ, ਮਨਜ਼ੂਰ ਕਰੋ ਦੇਣਾ ਤੇ ਫਿਰ ਸੌਂ ਸਕਦੇ ਹੋ। ਇਉਂ ਸਤਿਗੁਰਾਂ ਜੀ ਨੂੰ ਜਦੋਂ ਇਹਨੇ ਇਹ ਆਪਣਾ ਕਰੜਾਈ ਵਾਲਾ ਹੁਕਮ ਸੁਣਾਇਆ ਸੀ ਨਾ, ਤੇ ਮਹਾਰਾਜ ਜੀ ਨੇ ਆਖਿਆ ਸੀ, ਚੰਦੂ ਜਿੰਨਾ ਚਿਰ ਤੇਰੇ ਕੋਲ ਹਾਂ ਨਾ ਇੱਥੇ, ਨਾ ਪਾਣੀ ਪੀਵਾਂਗੇ, ਨਾ ਭੋਜਨ ਅੰਗੀਕਾਰ ਕਰਾਂਗੇ ਤੇ ਨਾ ਅਸੀਂ ਆਰਾਮ ਕਰਾਂਗੇ। ਸਤਿਗੁਰੂ ਜੀ ਨੇ 5 ਦਿਨ ਨਾ ਤਾਂ ਅੰਨ ਦਾ ਦਾਣਾ ਗ੍ਰਹਿਣ ਕੀਤਾ, ਨਾ ਪਾਣੀ ਦੀ ਬੂੰਦ ਮੁਖ ਵਿੱਚ ਪਾਈ। ਸੱਚੇ ਪਾਤਸ਼ਾਹ ਨੇ ਨਾ ਬਰਾਜਣਾ ਕੀਤਾ, ਹਜੂਰ ਚੌਂਕੜੇ 'ਚ ਹੀ ਰਹੇ ਸੱਚੇ ਪਾਤਸ਼ਾਹ ਜੀ। ਉਤੋਂ ਇਹੋ ਜਿਹੀਆਂ ਯਾਸਾ ਦੀਆਂ ਸਜ਼ਾਵਾਂ
ਜੇਠ ਮਹੀਨੇ ਦੀ ਸਖਤ ਗਰਮੀ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੋ ਨਾਮ ਦਾ ਪ੍ਰਸਾਦ ਆਪਣੇ ਸਿੱਖ ਦੇ ਅੰਦਰ ਧਰ ਦਿੰਦੇ ਆ ਨਾ, ਹਜੂਰ ਦੇ ਸਿੱਖ ਨੂੰ ਨਹੀਂ ਇਹ ਦੁੱਖ ਪਹੁ ਸਕਦੇ। ਭੁੱਖ ਪਿਆਸ ਨੀਂਦਰ ਇਹਨਾਂ ਚੀਜ਼ਾਂ ਤੋਂ ਫਿਰ ਸਰੀਰ ਆਜ਼ਾਦ ਹੋ ਜਾਂਦਾ ਹੈ। ਸਤਿਗੁਰੂ ਜੀ ਨੂੰ ਇਹੋ ਜਿਹੀਆਂ ਬਾਧਾਂ ਇਸ ਨੇ ਦਿੱਤੀਆਂ। ਹਜੂਰ ਨੇ ਤਾਂ ਇਸ ਸੰਸਾਰ ਨੂੰ ਦਿਖਾਇਆ ਹੈ ਕਿ ਜੇ ਗੁਰੂ ਘਰ ਨਾਲ ਵੈਰ ਕਮਾਇਆ ਤੇ ਉਸ ਦਾ ਕੀ ਹਾਲ ਹੁੰਦਾ ਹੈ। ਹਕੂਮਤਾਂ ਸਦਾ ਨਹੀਂ ਰਹਿੰਦੀਆਂ। ਜਿਹੜੇ ਕਈ ਹਕੂਮਤਾਂ ਦੇ ਸਾਏ ਥੱਲੇ ਜਿਹੜਾ ਹੈ ਬਹੁਤ ਉਪਦਰਵ ਕਰਦੇ ਆ, ਬੜਾ ਜ਼ਿਆਦਾ ਧਰੋ ਕਮਾਉਂਦੇ ਆ, ਵੈਰ ਕਰਦੇ ਆ ਤੇ ਪਾਪ ਕਰਮ ਕਰਦੇ ਆ। ਹਕੂਮਤਾਂ ਵਾਲੇ ਤਾਂ ਮਤਲਬੀ ਹੁੰਦੇ ਆ। ਜਦੋਂ ਫਿਰ ਆਪਣੀ ਤਾਕਤ ਖਿੱਚ ਲੈਂਦੇ ਆ, ਉਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਜੋ ਅਸੀਂ ਕੀਤਾ ਉਹ ਗਲਤ ਸੀ। ਚੰਦੂ ਨੂੰ ਵੀ ਪਤਾ ਤਾਂ ਲੱਗ ਹੀ ਰਿਹਾ ਹੋਣਾ ਨਾ, ਜਦੋਂ ਸਿਰ 'ਚ ਜੁੱਤੀਆਂ ਵੱਜ ਰਹੀਆਂ ਸੀਗੀਆਂ। ਜਿਹੜਾ ਸਰਹੰਦ ਦਾ ਸੂਬਾ ਵਜੀਦ ਖਾਨ ਸੀ, ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਛਾਤੀ ਤੇ ਘੋੜਾ ਚੜਾਇਆ ਸੀ, ਆ ਕਰਕੇ ਚੇਤਾ ਤਾਂ ਆਇਆ ਹੀ ਹੋਣਾ ਨਾ ਕਿ ਗਲਤ ਫਤਵਾ ਦਿੱਤਾ ਗਿਆ। ਪਰ ਕੀਤਾ ਹੋਇਆ ਕਰਮ ਜਿਹੜਾ ਨਾ ਉਹ ਕਦੇ ਵੀ ਮਿਟਦਾ ਨਹੀਂ। ਤੇ ਉਹ ਵੀ ਪੰਥ ਦੇ ਨਾਲ ਕੋਈ ਵਾਅਦਾ ਕਰੇ। ਸਤਿਗੁਰਾਂ ਦਾ ਸਾਜਿਆ ਹੋਇਆ ਇਹ ਪੰਥ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੇ ਅਸੀਂ ਪਿਆਰ ਕਰਨਾ ਜਾਣਦੇ ਹਾਂ ਤੇ ਫਿਰ ਜ਼ੁਲਮ ਦਾ ਜਵਾਬ ਸ਼ਸਤਰ ਨਾਲ ਵੀ ਦੇਣਾ ਜਾਣਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਇਹ ਜਿਹੜਾ ਚੰਦੂ ਸੀ, ਮਹਾਰਾਜ ਜੀ ਨੇ ਇਸ ਨੂੰ ਇਹੋ ਜਿਹੀਆਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਹਨ। ਬਿਨ ਹੋਏ ਇਮ ਹੋਏ ਬਿਨ ਜੇ ਮਰ ਜਾਤੋ। ਸਿੱਖ ਕਹਿੰਦੇ ਆ ਦਿੱਲੀ ਦੇ, ਕਹਿੰਦੇ ਜੇ ਇਸ ਤਰ੍ਹਾਂ ਹੋਏ ਤੋਂ ਬਿਨਾ ਚੰਦੂ ਮਰ ਜਾਂਦਾ ਤਾਂ ਕਰਤ ਕਲੰਕਤ ਜਸ ਅਵਦਾਤੋ। ਮਹਾਰਾਜ ਦੇ ਵੱਡੇ ਘਰ ਦੇ ਜਸ ਨੂੰ ਫਿਰ ਇਹਨ ਕਲੰਕਤ ਕਰ ਦੇਣਾ ਸੀ। ਸਿੱਖ ਸਮਝਦੇ ਆ ਕਿ ਜੇ ਉਦਾਂ ਮਰ ਜਾਂਦਾ ਤਾਂ, ਕਿਉਂਕਿ ਗੁਰੂ ਸਾਹਿਬ ਨੇ ਵਾਕ ਜੋ ਕਹੇ ਸੀ ਇਹਦੀ ਨੱਕ 'ਚ ਨੱਥ ਪਾਵਾਂਗੇ। ਕਹਿੰਦੇ ਫਿਰ ਗੁਰੂ ਘਰ ਦੇ ਜਸ ਨੂੰ ਇਸ ਦਾਗ ਲਾ ਦੇਣਾ ਸੀ। ਜੇ ਕਿਤੇ ਪਹਿਲੋਂ ਮਰ ਜਾਂਦਾ ਤਾਂ ਲੋਕਾਂ ਨੇ ਕਹਿਣਾ ਸੀ ਗੁਰੂ ਸਾਹਿਬ ਦੇ ਕੋਲ ਪਿਤਾ ਜੀ ਦੀ ਸ਼ਹਾਦਤ ਦਾ ਬਦਲਾ ਨਹੀਂ ਲਿਆ ਗਿਆ, ਕਿਉਂ ਸੁਤ ਜਨਮਿਓ ਮੰਦ ਬਡੇਰਾ। ਫਿਰ ਕਹਿਣਾ ਸੀ ਕਿ ਗੁਰੂ ਘਰ ਦੇ ਅੰਦਰ ਵੇਖੋ, ਗੁਰੂ ਅਰਜਨ ਸਾਹਿਬ ਦੇ ਘਰ ਇਹਨਾਂ ਦਾ ਜਨਮ ਹੋਇਆ ਤੇ ਕਹੇ ਹੋਏ ਵਾਕ ਵੀ ਇਹਨਾਂ ਪੂਰੇ ਨਹੀਂ ਕੀਤੇ। ਗੁਰੂ ਅਵਗਿਅਕ ਥਿਰਤਾ ਪਾਵੈ। ਜੇ ਕਰਕੇ ਗੁਰੂ ਸਾਹਿਬ ਜੈ ਨਰਾਦਰ ਕਰਨ ਵਾਲਾ, ਅਵਗਿਆ ਕਰਨ ਵਾਲਾ ਇਵੇਂ ਹੀ ਸੰਸਾਰ ਦੇ ਅੰਦਰ ਟਿਕਿਆ ਰਹੇ ਐਸ਼ਵਰਜ ਦੇ ਸਹਿਤ। ਮਹਾਪਾਤ ਕੀ ਪਾਪ ਕਮਾਵੈ। ਤੇ ਫਿਰ ਵੱਡੇ ਵੱਡੇ ਪਾਪੀਆਂ ਨੇ ਪਾਪ ਹੀ ਕਮਾਉਣਾ, ਕਿਉਂਕਿ ਉਹਨਾਂ ਨੂੰ ਫਿਰ ਮੂੰਹ ਪੈ ਜਾਂਦਾ ਹੈ ਕਿ ਉਹਦਾ ਕੀ ਵਿਗਾੜ ਲਿਆ, ਉਹਦਾ ਕੀ ਹੋ ਗਿਆ। ਤੇ ਪਾਪੀ ਜਿਹੜੇ ਪਾਪ ਕਰਨ ਨੂੰ ਫਿਰ ਉਤਸ਼ਾਹਤ ਹੁੰਦੇ ਆ। ਸਤਿਗੁਰ ਸੁਤ ਅਰ ਸੰਗਤ ਕੇਰਾ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਕਿਹਾ ਵਾਕ ਅਤੇ ਸੰਗਤਾਂ ਦਾ ਕਿਹਾ ਹੋਇਆ ਜੋ ਬੋਲ ਸੀ। ਕਹਿ ਅਪਵਾਦ ਅਜਾਨ ਬਡੇਰਾ। ਜੇ ਇਹ ਇਸ ਪ੍ਰਕਾਰ ਅਣਜਾਣਤਾ ਦੇ ਸਹਿਤ ਵੱਡਾ ਅਪਵਾਦ ਨਿੰਦਾ ਦੇ ਬੋਲ ਇਹ ਕਹਿੰਦਾ ਸੀਗਾ। ਸ੍ਰੀ ਹਰਗੋਬਿੰਦ ਅਬ ਸਭ ਕੇਰੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੰਗਤਾਂ ਦੇ ਵੀ ਮਨਾਂ ਦੀ ਜਿੰਨੀ ਇਹ ਚਾਹਨਾ ਸੀਗੀ, ਇਹ ਸਤਿਗੁਰਾਂ ਜੀ ਨੇ ਰਾਖ ਲਈ ਪਤ ਲਾਜ ਕਨੇਰੀ। ਵੱਡੀ ਮਹਾਰਾਜ ਜੀ ਨੇ ਲਾਜ ਹੀ ਰੱਖ ਲਈ ਸੱਚੇ ਪਾਤਸ਼ਾਹ ਨੇ ਸਿੱਖੀ ਦੀ। ਸਿੱਖਾਂ ਦੇ ਮਨਾਂ ਦੇ ਅੰਦਰ ਇਹ ਬੜਾ ਜ਼ਿਆਦਾ ਖਿਆਲ ਰਹਿੰਦਾ ਸੀ, ਕਿਉਂਕਿ ਗੁਰੂ ਸਾਹਿਬ ਨੇ 11 ਸਾਲ ਦੀ ਆਯੂ ਵਿੱਚ ਬਚਨ ਕਰ ਦਿੱਤੇ ਸੀ ਸੱਚੇ ਪਾਤਸ਼ਾਹ ਨੇ। ਤਾਂ ਇਸ ਨਾਥੇ ਦੇ ਨੱਕ ਵਿੱਚ ਪਾਉਣ ਨੂੰ ਬੜਾ ਸਮਾਂ ਲੱਗ ਗਿਆ। ਕਈ ਇਉਂ ਕਿਹਾ ਕਰਨ ਕਿ ਇਹ ਤਾਂ ਹੋ ਨਹੀਂ ਸਕਦਾ, ਇਹ ਕਿਵੇਂ ਹੋਊਗਾ। ਉਧਰੋਂ ਜਦੋਂ ਗੁਰੂ ਸਾਹਿਬ ਗਵਾਲੀਅਰ ਵਿੱਚ ਕੈਦ ਹੋ ਗਏ, ਫਿਰ ਤਾਂ ਸਾਰੇ ਬੜਾ ਮਨ ਦੇ ਅੰਦਰ ਖਿਆਲ ਕਰਿਆ ਕਰਨ ਕਿ ਤਾਂ ਮਹਾਰਾਜ ਦੇ ਨਾਲ ਹੁਣ ਵੈਰ ਲਵੇਗਾ। ਪਰ ਜਦੋਂ ਵਾਹਿਗੁਰੂ ਜੀ ਨੂੰ ਪਾਉਂਦਾ ਨਾ ਤੇ ਫਿਰ ਰੱਬੀ ਸ਼ਕਤੀ ਵਰਤਦੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜਿਵੇਂ ਸਮੇਂ ਫਿਰ ਬਚਨ ਜਿਹੜੇ ਆ ਸਾਹਮਣੇ ਆਉਂਦੇ ਆ, ਜੋ ਗੁਰੂ ਅਰਜਨ ਸਾਹਿਬ ਨੇ ਕਹੇ ਸੀ ਲਾਹੌਰ ਨੂੰ ਜਾਣ ਲੱਗਿਆਂ ਕਿ ਗੁਰੂ ਨਾਨਕ ਸਾਹਿਬ ਮਿਹਰ ਕਰਨਗੇ, ਇਹਨਾਂ ਦਾ ਵੱਡਾ ਪ੍ਰਤਾਪ ਹੋਵੇਗਾ ਇਸ ਭਾਰਤ ਵਰਸ਼ ਦੇ ਅੰਦਰ। ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੀ ਤਾਕਤ ਨਾਲ
ਸਿੱਖ ਗੱਲਾਂ ਕਰਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਸਭ ਦੀ ਲਾਜ ਰੱਖ ਲੈਣਾ ਕੀਤੀ ਹੈ। ਉਪਜਨ ਤਿਨ ਕੋ ਧਨ ਮਹਾਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਧਾਰਨਾ ਹੀ ਗੁਰੂ ਅਰਜਨ ਸਾਹਿਬ ਦੇ ਘਰ ਦੇ ਅੰਦਰ ਧਨਤਾ ਦੇ ਯੋਗ ਹੈ। ਕਰਿਓ ਕਾਜ ਛਤਰੀਨ ਸੁਜਾਨਾ। ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਨੇ ਛਤਰੀਆਂ ਵਾਲਾ ਕਾਰਜ ਕਰਨਾ ਕੀਤਾ ਏ। ਦਾਵੇਦਾਰ ਰਿਦਾ ਅਸ ਜਿਨ ਕੋ। ਜਿਨ੍ਹਾਂ ਦਾ ਇਹੋ ਜਿਹਾ ਰਿਦਾ ਹੈ, ਦਾਅਵੇਦਾਰ ਭਾਵ ਗੁਰੂ ਪਿਤਾ ਦੇ ਕਹੇ ਹੋਏ ਜਿਹੜੇ ਵਾਕ ਸਨ ਕਿ ਸ਼ਸਤਰ ਧਾਰ ਕੇ ਹੁਣ ਤਖਤ ਤੇ ਬਿਰਾਜਣਾ ਹੈ। ਸਤਿਗੁਰਾਂ ਜੀ ਨੇ ਕਹੇ ਹੋਏ ਆਪਣੇ ਵਾਕ ਜਿਹੜੇ ਸੀ ਗੁਰਿਆਈ ਤਖਤ ਤੇ ਬਿਰਾਜਮਾਨ ਹੁੰਦਿਆਂ ਪੂਰੇ ਕਰ ਦਿੱਤੇ ਆ। ਆ ਯੁੱਧ ਧਰਨ ਧਨ ਹੈ ਤਿਨ ਕੋ। ਇਹਨਾਂ ਦੇ ਸ਼ਸਤਰ ਧਾਰਨ ਨੂੰ ਧਨ ਹੈ। ਸਿੱਖ ਕਹਿੰਦੇ ਧੰਨ ਮਹਾਰਾਜ ਜੀ ਨੇ ਜੋ ਸ਼ਸਤਰ ਧਾਰਨ ਕੀਤੇ ਐ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸ਼ਹੀਦ ਹੋਣ ਲੱਗਿਆਂ ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ, ਆਖਿਆ ਸੀ ਬਿਧੀ ਚੰਦ ਸਾਡੇ ਸਾਹਿਬਜ਼ਾਦੇ ਨੂੰ ਕਹਿਣਾ ਕਿ ਹੁਣ ਤਖਤ ਤੇ ਮਾਲਾ ਲੈ ਕੇ ਨਹੀਂ, ਸ਼ਸਤਰ ਧਾਰਨ ਕਰਕੇ ਬੈਠਣਾ ਹੈ। ਇਹ ਸਤਿਗੁਰਾਂ ਜੀ ਨੇ ਵਾਕ ਕਹੇ ਸੀ ਤੇ ਸਿੱਖ ਕਹਿੰਦੇ ਆ ਮਹਾਰਾਜ ਨੇ ਸ਼ਸਤਰ ਧਾਰਨੇ ਸਫਲੇ ਕਰ ਦਿੱਤੇ ਆ। ਪੂਰਬ ਸੰਤ ਰੂਪ ਗੁਰ ਅਹੇ। ਪਹਿਲੇ ਸਤਿਗੁਰੂ ਜੀ ਸੰਤ ਸਰੂਪ ਹੋਏ ਹਨ। ਤਿਨ ਕੋ ਖਿਮਾ ਕਰਨ ਹੀ ਚਾਹੇ। ਸੱਚੇ ਪਾਤਸ਼ਾਹ ਮਹਾਰਾਜ ਸਦਾ ਖਿਮਾ ਹੀ ਕਰਦੇ ਰਹੇ। ਇਹ ਵੱਡ ਵੀਰ ਸੋ ਬਾਹੋ ਵਿਸਾਲਾ। ਇਹ ਵੱਡੇ ਬਲੀ ਬਹਾਦਰ ਸਤਿਗੁਰੂ ਜੀ ਹਜੂਰ ਦੀਆਂ ਭੁਜਾਵਾਂ ਜਿਹੜੀਆਂ ਬਾਹਾਂ ਨੇ ਗੋਡਿਆਂ ਤੋਂ ਲੰਬੀਆਂ ਹਨ। ਬਸ ਇਹ ਵੀਰ ਰਸ ਜਹਾਂ ਸੁਖਾਲਾ। ਜਿਵੇਂ ਸੁਖ ਦੇ ਸਹਿਤ ਵੀਰ ਰਸ ਹੀ ਸਤਿਗੁਰਾਂ ਦੇ ਸਰੂਪ ਦੇ ਅੰਦਰ ਵਸ ਰਿਹਾ ਹੋਵੇ। ਮਨੋ ਸੂਰਤਾ ਰੂਪ ਸੁਹਾਵੈ। ਕਵੀ ਰਾਜ ਕਹਿੰਦੇ ਜਾਣੋ ਕਿ ਜਿਵੇਂ ਸੂਰਮਤਾਈ ਦਾ ਸਰੂਪ ਹੀ ਸੋਹਣਾ ਸੋਭਾ ਪਾ ਰਿਹਾ ਏ। ਦਰਸ਼ਨ ਤੇ ਉਤਸਾਹੋ ਵਧਾਵੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਹੀ ਇਹੋ ਜਿਹਾ ਕਿ ਪੁਰਾਣੀ ਮਾਤਰ ਦੇ ਅੰਦਰ ਉਤਸ਼ਾਹ ਆ ਜਾਂਦਾ, ਉਮਾ ਆ ਜਾਂਦਾ ਸਤਿਗੁਰਾਂ ਦੇ ਦਰਸ਼ਨ ਵੇਖ ਕਰਕੇ। ਸੂਰਬੀਰ ਜਦੋਂ ਮਹਾਰਾਜ ਦਾ ਦਰਸ਼ਨ ਕਰਦੇ ਆ ਤਖਤ ਤੇ ਸੁਭਾਏਮਾਨ ਹੋਇਆਂ ਦਾ ਮਨ ਦੇ ਅੰਦਰ ਚਾਹ ਆਉਂਦਾ, ਉਤਸ਼ਾਹ ਆਉਂਦਾ ਏ। ਸਤਿਗੁਰ ਪਿਤ ਕੋ ਸ਼ਤਰੂ ਚੰਦੂ। ਸਤਿਗੁਰੂ ਪਿਤਾ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਸ਼ਤਰੂ ਦੁਸ਼ਮਣ ਸੀਗਾ ਇਹ ਪਾਪੀ ਚੰਦੂ। ਜਿਨ ਕੀਨਸ ਅਪਰਾਧ ਬਿਲੰਦੂ। ਜਿਨੇ ਵੱਡਾ ਅਪਰਾਧ ਕਰਨਾ ਕੀਤਾ। ਪੁਰ ਮੈਂ ਫੇਰਿਓ ਕਰ ਅਸਹਾਲਾ। ਇਸ ਤਰ੍ਹਾਂ ਦਾ ਹਾਲ ਕਰਕੇ ਉਹਨੂੰ ਦਿੱਲੀ ਸ਼ਹਿਰ ਦੇ ਵਿੱਚ ਫੇਰਨਾ ਕੀਤਾ। ਇਹ ਸ਼ੁਭ ਕਾਰਜ ਕੀਨ ਵਿਸਾਲਾ। ਇਹ ਬੜਾ ਸ਼ੁਭ ਕਾਰਜ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਸਿੱਖਿਓ ਕਹਿੰਦੇ ਤਾਂ ਬੜਾ ਹੀ ਚੰਗਾ ਕਰ ਦਿੱਤਾ ਮਹਾਰਾਜ ਜੀ ਨੇ। ਇਮ ਦਿੱਲੀਪੁਰ ਵਿਖੇ ਬ੍ਰਤੰਤ। ਇਉਂ ਦਿੱਲੀ ਦੇ ਅੰਦਰ ਇਹ ਬਰਤਾਂਤ ਹੋਇਆ ਕਿਉਂਕਿ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨਾ ਕੌਮ ਦਾ ਮਨ ਡਿੱਗ ਜਾਂਦਾ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਉਸ ਨੂੰ ਮਨਾਂ ਨੂੰ ਬੁਲੰਦ ਕਰਨ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਵਿੱਚ ਸ਼ਰਧਾ ਦੇਣ ਲਈ ਇਹ ਮਹਾਰਾਜ ਜੀ ਨੇ ਕਾਰਜ ਸਤਿਗੁਰਾਂ ਜੀ ਨੇ ਕਰਨਾ ਕੀਤਾ। ਦਿੱਲੀ ਦੇ ਸਿੱਖ ਬੜੇ ਖੁਸ਼ ਹੋਏ ਕਿਉਂਕਿ ਦਿੱਲੀ ਦੇ ਸਿੱਖਾਂ ਨੇ ਹੀ ਚਿੱਠੀ ਲਿਖੀ ਸੀ ਗੁਰੂ ਅਰਜਨ ਸਾਹਿਬ ਨੂੰ ਕਿ ਮਹਾਰਾਜ ਇਹ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ, ਆਪ ਜੀ ਦੇ ਘਰ ਨੂੰ ਮੋਰੀ ਦੱਸਦਾ ਹੈ। ਤੇ ਦਿੱਲੀ ਦੀਆਂ ਸਿੱਖ ਸੰਗਤਾਂ ਦੇ ਮਨ ਦੇ ਅੰਦਰ ਬਹੁਤ ਜ਼ਿਆਦਾ ਵਿਰਾਗ ਸੀ ਕਿ ਹਜੂਰ ਨੇ ਸਾਡਾ ਬਚਨ ਪੂਰਾ ਕਰਨ ਵਾਸਤੇ ਆਪ ਦੀ ਸ਼ਹਾਦਤ ਦੇ ਦਿੱਤੀ। ਦਿੱਲੀ ਦੇ ਸਿੱਖ ਬਹੁਤ ਵਿਰਾਗ ਕਰਦੇ ਸੀ ਇਸ ਗੱਲ ਤੋਂ ਕਿ ਮਹਾਰਾਜ ਜੀ ਨੇ ਸਾਡਾ ਬਚਨ ਨਹੀਂ ਮੋੜਿਆ। ਜੇ ਸਿੱਖ ਸਤਿਗੁਰੂ ਜੀ ਨੂੰ ਪਿਆਰ ਕਰਦੇ ਐ ਤੇ ਇਹ ਸਾਡਾ ਇਤਿਹਾਸ ਗਵਾਹੀ ਦਿੰਦਾ ਹੈ ਹਜੂਰ ਸਿੱਖਾਂ ਨਾਲ ਕਿੰਨਾ ਪਿਆਰ ਕਰਦੇ ਸੱਚੇ ਪਾਤਸ਼ਾਹ ਜੀ। ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵੱਡਾ ਕਾਰਜ ਕੀਤਾ। ਦਿੱਲੀ ਦੇ ਸਿੱਖ ਬਹੁਤ ਪ੍ਰਸੰਨ ਹੋਏ ਆ। ਕਹਿਤ ਪਰਸਪਰ ਲੋਕ ਮਿਲੰਤ। ਮਿਲ ਮਿਲ ਕੇ ਦਿੱਲੀ ਦੇ ਸਿੱਖ ਤੇ ਹੋਰ ਲੋਕ ਇਹ ਗੱਲਾਂ ਕਰਦੇ ਹਨ ਹੁਤੋ ਪਕੜਨੋ ਕਠਨ ਮਹਾਨਾ। ਕਿ ਇਹਨੂੰ ਪਕੜਨਾ ਤੇ ਬੜਾ ਕਠਨ ਸੀ, ਬੜਾ ਔਖਾ ਸੀ ਕਿਉਂਕਿ ਸਾਰਾ ਮੰਤਰੀ ਮੰਡਲ ਇਹਦੇ ਵੱਲ ਸੀਗਾ। ਜਹਾਂਗੀਰ ਇਸ ਦੀ ਗੱਲ ਬਹੁਤ ਸੁਣਦਾ ਸੀ, ਇਸੇ ਕਰਕੇ ਗੁਰੂ ਘਰ ਦੇ ਬਾਬਤ ਇਹ ਗਲਤ ਗੱਲਾਂ ਜਹਾਂਗੀਰ ਦੇ ਕੰਨਾਂ ਵਿੱਚ ਪਾਉਂਦਾ ਸੀ। ਸ਼ਾਹ ਅਗਾਰੀ ਵਧਿਓ ਦੇਵਾਨਾ। ਕਿਉਂਕਿ ਬਾਦਸ਼ਾਹ ਦੇ ਅੱਗੇ ਇਹਦੀ ਹੀ ਤਾਕਤ ਸੀ।
ਤੇ ਬੜਾ ਹੀ ਇਹ ਤਾਕਤ ਵਿੱਚ ਵਧਿਆ ਹੋਇਆ ਬਾਦਸ਼ਾਹ ਦਾ ਦੀਵਾਨ ਸੀਗਾ। ਸਭ ਉਮਰਾਵ ਸਹਾਇਕ ਜਾਹੀ, ਤੇ ਸਾਰੇ ਹੀ ਵਜ਼ੀਰ ਜਿਸ ਦੇ ਸਹਾਇਕ ਸਨ। ਬ੍ਰਿੰਦ ਦਰਬ ਕਿਛ ਗਿਣਤੀ ਨਾਹੀ, ਇੰਨਾ ਜ਼ਿਆਦਾ ਇਹ ਧਨਾੜ ਸੀ, ਕੁਝ ਗਿਣਤੀ ਨਹੀਂ ਕੀਤੀ ਜਾ ਸਕਦੀ, ਇੰਨਾ ਧਨ ਸੀ ਇਸ ਦੇ ਕੋਲ। ਸਗਲ ਜਗਤ ਪਰ ਹੁਕਮ ਕਰੰਤਾ, ਸਾਰੇ ਭਾਰਤ ਦੇਸ਼ ਦੇ ਉੱਤੇ ਆਪਣਾ ਹੁਕਮ ਚਲਾਉਂਦਾ ਸੀ। ਹਤੇ ਚਹਿਤ ਚਿਤ ਕੈ ਬਖਸ਼ੰਤਾ, ਜਿਹਨੂੰ ਮਾਰਨਾ ਚਾਹੇ ਮਾਰ ਸਕਦਾ ਸੀ, ਜਿਹਨੂੰ ਬਖਸ਼ਣਾ ਚਾਹੇ ਬਖਸ਼ ਸਕਦਾ ਸੀ। ਐਡੀ ਇਹਨੂੰ ਤਾਕਤ ਦਿੱਤੀ ਹੋਈ ਸੀਗੀ। ਰਿਸ਼ਵਤ ਦੇ ਸਭ ਕੋ ਅਪਨਾਵਤ, ਇਹਨੇ ਨਾ ਜਿਹੜਾ ਰਿਸ਼ਵਤ ਦੇ ਕੇ ਵਜ਼ੀਰਾਂ ਨੂੰ ਆਪਣੇ ਵੱਸ ਕਰ ਸਕਦਾ, ਉਹ ਦੇਸ਼ ਨੂੰ ਕਿੱਦਾਂ ਭ੍ਰਸ਼ਟ ਕਰੇਗਾ। ਇਸ ਤਰ੍ਹਾਂ ਦਾ ਹੀ ਕਾਨੂੰਨ ਦੇਸ਼ ਦੇ ਅੰਦਰ ਜਿਹੜੇ ਆਪ ਰਿਸ਼ਵਤਖੋਰੀ ਕਰਦੇ ਐ, ਉਹ ਗਾਂਹ ਵੀ ਰਿਸ਼ਵਤ ਦਿੰਦੇ ਐ। ਚੰਦੂ ਨੇ ਬਹੁਤੇ ਵਜ਼ੀਰ ਧਨ ਦੇ ਕੇ ਵਸ ਕਰ ਲਏ ਸੀ, ਬਹੁਤਿਆਂ ਨੂੰ ਦਬਕੇ ਨਾਲ ਵਸ ਕਰ ਲਿਆ ਸੀ, ਪ੍ਰਭਾਵ ਥੱਲੇ ਲਿਆ ਕਰਕੇ। ਤੇ ਕਿੰਨਿਆਂ ਕੋਲੋਂ ਪੈਸੇ ਖਾ ਖਾ ਕੇ ਉਹਨਾਂ ਦੇ ਦਰਬਾਰ ਵਿੱਚ ਕੰਮ ਕਰਦਾ ਹੋਵੇਗਾ। ਕੋ ਚਾਰੀ ਕੋ ਕਰਨ ਨਾ ਪਾਵਤ, ਤੇ ਕਿਸੇ ਪ੍ਰਕਾਰ ਕੋਈ ਇਸ ਦੀ ਗੱਲ ਦੱਸਣਾ ਹੀ ਨਹੀਂ ਸੀ ਪਾਉਂਦਾ ਜਹਾਂਗੀਰ ਦੇ ਕੋਲ। ਬਿਨ ਸ੍ਰੀ ਹਰਿ ਗੋਬਿੰਦ ਵਿਸ਼ੇਖ, ਸਿੱਖ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਜੂਰ ਤੋਂ ਬਿਨਾ ਇਸ ਚੰਦੂ ਨੂੰ ਕੌਣ ਸਕੈ ਇਸ ਕੀ ਦਿਸ਼ ਦੇਖ, ਇਹਦੇ ਵੱਲ ਭੈੜੀ ਨਿਗਾਹ ਨਾਲ ਕੋਈ ਵੇਖ ਵੀ ਨਹੀਂ ਸੀ ਸਕਦਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਬਿਨਾ ਇਹਦੀ ਇਹ ਹਾਲਤ ਕੌਣ ਕਰ ਸਕਦਾ ਸੀ। ਪਾਤਸ਼ਾਹ ਨੇ ਕਿਮ ਪਕਰਾਇਓ, ਸਿੱਖ ਬੜੇ ਸੋਚ ਕੇ ਹੈਰਾਨ ਹੁੰਦੇ, ਕਿਵੇਂ ਪਾਤਸ਼ਾਹ ਨੇ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ। ਹੁਤੋ ਪੁਰਾਤਨ ਮੁਖ ਬਨਾਇਓ, ਤੇ ਬੜਾ ਪੁਰਾਣਾ ਪਹਿਲੋਂ ਤੋਂ ਚੱਲਦਾ ਆ ਰਿਹਾ ਸੀ ਇਹ ਤਾਂ ਜਹਾਂਗੀਰ ਦੇ ਅੱਗੇ, ਤੇ ਇਹਨੂੰ ਬੜਾ ਰੁਤਬਾ ਦੇ ਕੇ ਮੁਖੀ ਬਣਾਇਆ ਹੋਇਆ ਸੀਗਾ ਜਹਾਂਗੀਰ ਨੇ। ਮਿਲ ਮਿਲ ਲੋਕ ਕਰਹਿ ਇਮ ਬਾਤ, ਮਿਲ ਮਿਲ ਕੇ ਲੋਕ ਦਿੱਲੀ ਦੇ ਇਉਂ ਗੱਲਾਂ ਕਰਦੇ ਆ। ਪੁਰ ਮਹਿ ਘਰ ਘਰ ਚੰਦ ਬ੍ਰਿਤਾਂਤ, ਨਗਰ ਦੇ ਅੰਦਰ, ਦਿੱਲੀ ਸ਼ਹਿਰ ਦੇ ਅੰਦਰ ਘਰ ਘਰ ਦੇ ਵਿੱਚ ਚੰਦੂ ਦਾ ਹੀ ਬ੍ਰਿਤਾਂਤ ਚੱਲ ਰਿਹਾ ਹੈ। ਚੰਦੂ ਦੀ ਬਾਬਤ ਹੀ ਗੱਲਬਾਤ ਹੋ ਰਹੀ ਹੈ। ਜਦੋਂ ਗੁਰੂ ਸਾਹਿਬ ਦਿੱਲੀ ਜਾਣਾ ਸੀ, ਵਜ਼ੀਰ ਖਾਂ ਲੈ ਕੇ ਆਇਆ ਸੀ ਚਿੱਠੀ, ਤੇ ਸਿੱਖ ਸੀ ਮਹਾਰਾਜ ਦਾ ਇਹ ਵਜ਼ੀਰ ਖਾਂ। ਸਤਿਗੁਰਾਂ ਜੀ ਨੇ ਡੇਰਾ ਕਰਵਾਤਾ। ਮਹਾਰਾਜ ਕਹਿੰਦੇ ਘਰ ਸਲਾਹ ਕਰਾਂਗੇ, ਗੁਰਸਿੱਖਾਂ ਨਾਲ ਗੁਰਮਤਾ ਕਰਾਂਗੇ, ਫਿਰ ਦੱਸਾਂਗੇ। ਮਹਾਰਾਜ ਜੀ ਦੇ ਘਰ ਵਿੱਚ ਸਲਾਹ ਹੋਈ। ਮਾਤਾ ਗੰਗਾ ਜੀ ਨੇ ਇਹ ਕਿਹਾ ਕਿ ਆਪ ਜੀ ਦੇ ਪਿਤਾ ਜੀ ਲਾਹੌਰ ਗਏ ਸੀ, ਆਏ ਨਹੀਂ ਵਾਪਸ, ਇਸ ਕਰਕੇ ਸਾਡੀ ਤਾਂ ਇਹ ਬੇਨਤੀ ਹੈ ਕਿ ਆਪ ਦਿੱਲੀ ਨਾ ਜਾਓ। ਸਾਰੇ ਸਿੱਖਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਦਿੱਲੀ ਨਾ ਜਾਓ। ਬਾਬਾ ਬੁੱਢਾ ਸਾਹਿਬ ਚੁੱਪ ਸੀਗੇ। ਮਹਾਰਾਜ ਨੇ ਕਿਹਾ, ਬਾਬਾ ਬੁੱਢਾ ਸਾਹਿਬ ਆਪ ਜੀ ਕੁਛ ਨਹੀਂ ਕਹਿੰਦੇ, ਤੁਸੀਂ ਕਹੋ ਕਿ ਤੁਹਾਡਾ ਕੀ ਜਿਹੜਾ ਗੁਰਮਤਾ ਹੈ, ਤੁਹਾਡੀ ਕੀ ਸਲਾਹ ਹੈ। ਬਾਬਾ ਬੁੱਢਾ ਸਾਹਿਬ ਨੇ ਕਿਹਾ, ਸਾਡੀ ਤਾਂ ਮਹਾਰਾਜ ਇਹ ਬੇਨਤੀ ਹੈ, ਹੋਣਾ ਤਾਂ ਉਹ ਹੈ ਜੋ ਆਪ ਜੀ ਨੂੰ ਭਾਏਗਾ, ਜੋ ਤੁਹਾਨੂੰ ਚੰਗਾ ਲੱਗੇਗਾ ਹੋਣਾ ਤਾਂ ਉਹ ਹੈ, ਪਰ ਸਾਡੀ ਬੇਨਤੀ ਇਹ ਹੈ ਕਿ ਤੁਸੀਂ ਦਿੱਲੀ ਜ਼ਰੂਰ ਜਾਓ। ਸਾਰੇ ਸਿੱਖ ਕਹਿਣ ਲੱਗੇ, ਵੇਖੋ ਬਾਬਾ ਬੁੱਢਾ ਸਾਹਿਬ ਤੁਸੀਂ ਸਭ ਤੋਂ ਉਲਟੀ ਸਲਾਹ ਦਿੱਤੀ। ਮਾਤਾ ਗੰਗਾ ਜੀ ਵੀ ਕਹਿੰਦੇ ਬਾਬਾ ਬੁੱਢਾ ਸਾਹਿਬ ਇਹ ਯੋਗ ਨਹੀਂ। ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ, ਜੋ ਗੁਰੂ ਨਾਨਕ ਸਾਹਿਬ ਸਾਨੂੰ ਦਿਖਾ ਰਹੇ ਆ ਮਾਤਾ ਜੀ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਬਹੁਤ ਫੈਲੇਗਾ, ਗੁਰਦਰੋਹੀ ਨਾਸ਼ ਹੋਣਗੇ, ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੇਗੀ। ਜਦੋਂ ਬਾਬਾ ਬੁੱਢਾ ਸਾਹਿਬ ਨੇ ਬਚਨ ਕਹੇ, ਫਿਰ ਸਭ ਚੁੱਪ ਕਰ ਗਏ, ਕਿਉਂਕਿ ਬਾਬਾ ਬੁੱਢਾ ਸਾਹਿਬ ਦੇ ਬਚਨ ਨੂੰ ਕੋਈ ਪਲਟ ਨਹੀਂ ਸੀ ਸਕਦਾ। ਖੁਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰੂ ਅਰਜਨ ਸਾਹਿਬ ਨੇ ਇਹ ਵਾਕ ਕਹੇ ਸੀ ਕਿ ਬਾਬਾ ਬੁੱਢਾ ਸਾਹਿਬ ਦਾ ਬਚਨ ਕਦੇ ਨਹੀਂ ਪਲਟਣਾ। ਤੇ ਗੁਰੂ ਸਾਹਿਬ ਨੇ ਫਿਰ ਤਿਆਰਾ ਕੀਤਾ। ਜਦੋਂ ਮਹਾਰਾਜ ਦਿੱਲੀ ਆਏ ਸੀ ਨਾ, ਗੁਰੂ ਸਾਹਿਬ ਘੋੜੇ ਤੇ ਸਵਾਰ ਹੋਏ, ਜਦੋਂ ਦਿੱਲੀ ਪ੍ਰਵੇਸ਼ ਕੀਤੇ ਤੇ ਲੋਕ ਪੁੱਛਦੇ ਕਿਹੜੇ ਦੇਸ਼ ਦੇ ਬਾਦਸ਼ਾਹ ਨੇ, ਐਡਾ ਵੱਡਾ ਪ੍ਰਤਾਪ, ਡਲਕੂ ਡਲਕੂ ਕਰਦੇ ਮਹਾਰਾਜ ਜੀ ਦੇ ਨੇਤਰ, ਮਸਤਕ ਨੂਰ ਤੇ ਪ੍ਰਤਾਪ ਨਾਲ ਝਲਕਾਂ ਮਾਰਦਾ ਸੀਗਾ। ਵੇਖ ਵੇਖ ਕੇ ਲੋਕ ਕਹਿਣ ਲੱਗੇ ਕਿਹੜੇ ਦੇਸ਼ ਦੇ ਬਾਦਸ਼ਾਹ ਨੇ। ਤੇ ਸਿੱਖ ਬੜੇ ਮਾਣ ਨਾਲ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਬੜੇ ਸਤਿ ਸ੍ਰੀ ਅਕਾਲ। ਸਿੱਖਾਂ ਦੇ ਸਿਰ ਫਖਰ ਨਾਲ ਉੱਚੇ ਹੋਏ। ਗੁਰੂ ਸਾਹਿਬ ਦਾ ਮਾਣ ਘਟਾਉਣਾ ਚਾਹੁੰਦਾ ਸੀ ਚੰਦੂ, ਸਗੋਂ ਸਤਿਗੁਰਾਂ ਦਾ ਮਾਣ ਵੱਡਾ ਹੋਇਆ ਦਿੱਲੀ ਵਿੱਚ ਜਾ ਕਰਕੇ। ਤੇ ਉਹ ਵਕਤ ਆ ਗਿਆ ਜਿਹੜਾ ਤੁਸੀਂ ਸੁਣ ਰਹੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਗੱਲਾਂ ਕਰਦੇ ਸਿੱਖ ਦਿੱਲੀ ਦੇ ਕਹਿੰਦੇ ਐ,
ਹਜੂਰ ਨੇ ਸਿੱਖੀ ਦੀ ਲਾਜ ਰੱਖ ਲਈ, ਸੱਚੇ ਪਾਤਸ਼ਾਹ ਨੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਡੀ ਇੱਜ਼ਤ ਰੱਖ ਲਈ। ਚੰਦੂ ਨੇ ਇਹੋ ਜੀ ਮਹਾਰਾਜ ਸਜ਼ਾ ਦਿੱਤੀ ਹੈ। ਸੁਨਤ ਸੁਜਸ ਗੁਰ ਆਵਤ ਡੇਰੇ। ਸੱਚੇ ਪਾਤਸ਼ਾਹ ਦਾ ਜਸ ਸੁਣ ਸੁਣ ਕੇ ਨਾ ਡੇਰੇ ਵਿੱਚ ਦਰਸ਼ਨ ਕਰਨ ਲਈ, ਜਿੱਥੇ ਮਜਨੂ ਟਿੱਲਾ ਸਥਾਨ ਉੱਥੇ ਆਉਂਦੇ ਆ ਲੋਕ। ਬੰਦਨ ਕਰਹਿ ਸਿੱਖ ਹੋਏ ਨੇਰੇ। ਸਿੱਖ ਮਹਾਰਾਜ ਜੀ ਦੇ ਕੋਲ ਹੋ ਕੇ ਨਮਸਕਾਰਾਂ ਕਰਦੇ ਆ, ਬੜੇ ਖੁਸ਼ ਹਨ ਸਾਰੇ ਹੀ। ਆਏ ਬਿਰਾਜੇ ਨਿਜ ਸਥਾਨ। ਸਤਿਗੁਰੂ ਜੀ ਆਪਣੇ ਸਥਾਨ ਤੇ ਆਪ ਬਿਰਾਜੇ ਹਨ। ਸ੍ਰੀ ਸਤਿਗੁਰੂ ਰੂਪ ਭਗਵਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਸ਼੍ਰੋਮਣੀ ਸਤਿਗੁਰੂ ਜੀ ਭਗਵਾਨ ਸਰੂਪ ਗਰੀਬ ਨਵਾਜ। ਪਠਿਓ ਹੁਤੋ ਇੱਕ ਨਰ ਵੱਡ ਭੋਰ। ਸੱਚੇ ਪਾਤਸ਼ਾਹ ਨੇ ਵੱਡੀ ਸਵੇਰ ਤੋਂ ਇੱਕ ਸੇਵਕ ਸਿੱਖ ਭੇਜਿਆ ਹੋਇਆ ਸੀ ਅੱਗੇ। ਚਮੂ ਸਮੇਤ ਬਰਿੱਧ ਕੀ ਓਰ। ਜਿੱਥੇ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਦੀ ਸੈਨਾ ਸਮੇਤ ਉਤਾਰਾ ਕੀਤਾ ਬਾਹਰਵਾਰ ਟਿੱਲੇ ਤੇ। ਹਮ ਪਹੁੰਚੇ ਪੁਰ ਮਹਿ ਅਬ ਆਏ। ਸੱਚੇ ਪਾਤਸ਼ਾਹ ਨੇ ਸੁਨੇਹਾ ਭੇਜ ਦਿੱਤਾ ਸੀ ਕਿ ਅਸੀਂ ਦਿੱਲੀ ਵਿੱਚ ਆ ਪਹੁੰਚੇ ਹਾਂ। ਤੁਮ ਭੀ ਮਿਲਹੁ ਮੋਦ ਉਪਜਾਏ। ਤੇ ਤੁਸੀਂ ਵੀ ਆਨੰਦ ਧਾਰ ਕੇ ਸਾਨੂੰ ਅੱਗੋਂ ਮਿਲਣਾ ਕਰੋ। ਬ੍ਰਿਧ ਕੇ ਸਹਿਤ ਚਮੂ ਭਟ ਹਰਖੇ। ਜਦੋਂ ਸੁਨੇਹਾ ਮਿਲਿਆ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਸਾਰੇ ਸਿੱਖ ਸੂਰਮੇ ਬੜੇ ਪ੍ਰਸੰਨ ਹੋਏ। ਪਾਏ ਜੀਨ ਹੈ ਪਰ ਤੰਗ ਕਰਖੇ। ਤੇ ਬੜੀ ਛੇਤੀ ਨਾਲ ਘੋੜਿਆਂ ਤੇ ਕਾਠੀਆਂ ਕਸ ਕਰਕੇ ਜਿਹੜੇ ਸੀ ਤੰਗ ਉਹ ਖਿੱਚ ਲਏ, ਭਾਵ ਕਸ ਲਏ। ਚੜ ਧੌਂਸਾ ਦੇ ਕਰ ਸਭ ਸੈਨ। ਸਾਰੀ ਸੈਨਾ ਜਿਹੜੀ ਸੀ ਨਗਾਰੇ ਵਜਾ ਕਰਕੇ ਚੜ ਪਈ। ਜਦੋਂ ਮਹਾਰਾਜ ਜੀ ਦਾ ਸੁਨੇਹਾ ਮਿਲਿਆ, ਜਿਹਦੇ ਨਾਲ ਕਾਠੀ ਕੱਸੀ ਦੀ ਨੇ, ਜਿਹੜੀ ਬੈਲਟ ਹੁੰਦੀ ਆ ਉਹਨੂੰ ਤੰਗ ਕਹਿੰਦੇ ਆ, ਉਹ ਕੱਸ ਲਿਆ, ਕਾਠੀਆਂ ਪਾ ਲਈਆਂ, ਨਗਾਰੇ ਵਜਾ ਦਿੱਤੇ। ਸਤਿਗੁਰ ਆਏ ਬਿਲੋਕੇ ਨੈਣ। ਜਦੋਂ ਆਏ ਆ ਸਾਰੇ ਸਿੱਖ ਸੂਰਮੇ ਬਾਬਾ ਬੁੱਢਾ ਸਾਹਿਬ ਜੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਨੇਤਰਾਂ ਨਾਲ ਦਰਸ਼ਨ ਕੀਤਾ। ਸ਼ਾਹੋ ਨਿਕਟ ਤੇ ਜਬ ਚੱਲ ਆਏ। ਜਦੋਂ ਜਹਾਂਗੀਰ ਦੇ ਕੋਲੋਂ ਮਹਾਰਾਜ ਜੀ ਚੱਲ ਕਰਕੇ ਆਏ ਨੇ, ਤਬ ਹੀ ਬ੍ਰਿਧ ਜੋਤ ਭਟ ਸਮਦਾਏ। ਤਦੋਂ ਹੀ ਬਾਬਾ ਬੁੱਢਾ ਸਾਹਿਬ ਦੇ ਸਮੇਤ ਸਾਰੇ ਜੋ ਸੂਰਬੀਰ ਹਨ, ਪਦ ਅਰਬਿੰਦਨ ਬੰਦਨ ਕਰਕੇ। ਮਹਾਰਾਜ ਜੀ ਦੇ ਆ ਕੇ ਦਰਸ਼ਨ ਜਦੋਂ ਕੀਤੇ ਤੇ ਚਰਨਾਂ ਤੇ ਨਮਸਕਾਰ ਕੀਤੀ ਹੈ। ਦਰਸ ਬਿਲੋਕਤ ਆਨੰਦ ਧਰਕੈ। ਬਹੁਤ ਆਨੰਦ ਧਾਰ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਵੇਖਦੇ ਆ। ਬ੍ਰਿਧ ਜੋਤ ਸਭ ਸਨਮਾਨ ਬਿਠਾਏ। ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਸਾਰੇ ਸਿੱਖ ਸਤਿਗੁਰਾਂ ਨੇ ਬੜਾ ਸਨਮਾਨ ਕੀਤਾ। ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਕੀਤਾ ਤੇ ਬਿਠਾਉਣਾ ਕੀਤਾ। ਇਤਨੇ ਮਹਿ ਚੰਦੂ ਕਹੁ ਲਿਆਏ। ਇੰਨੇ ਨੂੰ ਭਾਈ ਜੇਠਾ ਜੀ ਵੀ ਚੰਦੂ ਨੂੰ ਫੇਰਦੇ ਹੋਏ ਬਾਜ਼ਾਰਾਂ ਵਿੱਚ ਤੇ ਉੱਥੇ ਲੈ ਆਏ ਨੇ। ਗੁਰ ਪ੍ਰਯੰਗ ਪਰ ਥਰੇ ਨਿਹਾਰਹਿ। ਸਤਿਗੁਰੂ ਜੀ ਪਲੰਗੇ ਤੇ ਸਜੇ ਹੋਏ ਗਰੀਬ ਨਵਾਜ ਵੇਖ ਰਹੇ ਆ। ਬਾਰ ਬਾਰ ਨਰ ਪਨਹੀ ਮਾਰਹਿ। ਬਾਰ ਬਾਰ ਜਿਹੜੇ ਲੋਕ ਆ ਨਾ ਉਹਦੇ ਸਿਰ ਵਿੱਚ ਜੁੱਤੀਆਂ ਮਾਰਦੇ, ਉਹ ਦਿੱਲੀੋਂ ਹੀ ਜੁੱਤੀਆਂ ਮਾਰਦੇ, ਕਈ ਚਾਅ ਨਾਲ ਹੀ ਨਾਲ ਆ ਗਏ। ਤੁਰ ਕੇ ਦੂਰ ਪੈਂਦਾ ਇਹ ਮਜਨੂ ਟਿੱਲਾ ਤੇ ਪਰ ਲੋਕ ਨਾਲ ਹੀ ਆ ਗਏ, ਸਾਰੇ ਬੜੇ ਚਾਅ ਨਾਲ ਇਹਨੂੰ ਜੁੱਤੀਆਂ ਮਾਰ ਰਹੇ ਆ। ਖਾਕ ਸੀਸ ਅਰ ਮੁਖ ਪਰ ਡਾਰੀ। ਇਹਦੇ ਮੂੰਹ ਦੇ ਉੱਤੇ ਸਵਾਹ ਪਈ ਹੋਈ ਹੈ, ਸਿਰ ਦੇ ਵਿੱਚ ਵੀ ਸਵਾਹ ਪਈ ਹੋਈ ਹੈ। ਸੂਜਿਓ ਸਿਰ ਪਨਹੀ ਗਨ ਮਾਰੀ। ਇੰਨੀਆਂ ਜੁੱਤੀਆਂ ਵੱਜੀਆਂ ਇਹਦਾ ਸਿਰ ਸੁੱਜ ਗਿਆ ਸਾਰਾ ਹੀ, ਮੂੰਹ ਵੀ ਸੁੱਜ ਗਿਆ, ਬੁੱਲ ਵੀ ਸੁੱਜ ਗਏ ਜੁੱਤੀਆਂ ਖਾ ਕਰਕੇ। ਮੁਸ਼ਕੈ ਬੰਦੀ ਪਗੀਆ ਸਾਥ। ਇਹਦੀ ਪੱਗ ਨਾਲ ਹੀ ਇਹਦੀਆਂ ਮੁਸ਼ਕਾਂ ਬੰਨੀਆਂ ਹੋਈਆਂ ਨੇ। ਜੇਠੇ ਗਹਿ ਰਾਖਿਓ ਨਿਜ ਹਾਥ। ਭਾਈ ਜੇਠਾ ਜੀ ਨੇ ਆਪਣੇ ਹੱਥ ਵਿੱਚ ਪਕੜਿਆ ਹੋਇਆ ਇਸ ਨੂੰ। ਵੱਡ ਜੈਕਾਰ ਸ਼ਬਦ ਤਬ ਭਇਓ। ਬਹੁਤ ਵੱਡਾ ਜਕਾਰੇ ਦਾ ਸ਼ਬਦ ਹੋਇਆ ਜਦੋਂ ਭਾਈ ਜੇਠਾ ਜੀ ਇਹਨੂੰ ਲੈ ਕੇ ਪ੍ਰਵੇਸ਼ ਹੋਏ ਨਾ, ਤੇ ਬਹੁਤ ਜੈ ਜੈਕਾਰ ਤੇ ਸਮੇਂ ਹੋਈ ਹੈ। ਧੰਨ ਗੁਰੂ ਵੱਡ ਰਿਪ ਗਹਿ ਲਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਸੱਚੇ ਪਾਤਸ਼ਾਹ, ਸਾਰੇ ਕਹਿੰਦੇ ਵੱਡਾ ਦੁਸ਼ਮਣ ਮਹਾਰਾਜ ਜੀ ਨੇ ਪਕੜ ਲਿਆ ਏ। ਸ੍ਰੀ ਹਰਗੋਬਿੰਦ ਊਚ ਉਚਾਰਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਸਮੇਂ ਕੂਚ ਕਰਨ ਦੀ ਮਹਾਰਾਜ ਜੀ ਨੇ ਆਗਿਆ ਕੀਤੀ ਹੈ। ਸ੍ਰੀ ਹਰਗੋਬਿੰਦ ਊਚ ਉਚਾਰਾ। ਉੱਚੀ ਮਹਾਰਾਜ ਜੀ ਨੇ ਉਚਾਰਨਾ ਕਹਿਣਾ ਕੀਤਾ। ਇਹ ਕੂਕਰ ਹੈ ਭੌਂਕਣ ਹਾਰਾ। ਇਹ ਸਤਿਗੁਰਾਂ ਜੀ ਨੇ ਵਾਕ ਫਿਰ ਕਹੇ ਆ, ਊਚ ਉਚਾਰਾ, ਕੂਚ ਉਚਾਰਾ ਨਹੀਂ ਸੁਣਿਆ ਸੀਗਾ, ਊਚ ਉਚਾਰਾ। ਮਹਾਰਾਜ ਜੀ ਨੇ ਉੱਚੀ ਬਚਨ ਇਹ ਕਹਿਣਾ ਕੀਤਾ ਜਦੋਂ ਹਜੂਰ ਪਲੰਗੇ ਤੇ ਸਜੇ ਹੋਏ ਸੀ ਸੱਚੇ ਪਾਤਸ਼ਾਹ ਜੀ। ਮਹਾਰਾਜ ਕੀ ਕਹਿੰਦੇ ਆ ਫਿਰ ਪੜੋ।
ਜਹਾਂ ਤੁਰੰਗ ਸਮੂਹ ਪਛਾਰੀ ਪੰਕਤੀ ਇਹ ਜਿਹੜੀ- ਕੂਕਰ ਹੈ ਭੌਂਕਣ ਹਾਰਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹ ਕੂਕਰ ਹੈ ਭੌਂਕਣ ਹਾਰਾ। ਜਦੋਂ ਚੰਦੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਸੀ ਤੁਸੀਂ ਮੈਨੂੰ ਕੂਕਰ ਕਿਹਾ, ਕੂਕਰ ਕਿਹਾ, ਮਹਾਰਾਜ ਕਹਿੰਦੇ ਅਸੀਂ ਨਹੀਂ ਕਿਹਾ। ਪਰ ਸਤਿਗੁਰਾਂ ਜੀ ਨੂੰ ਬਹੁਤ ਜ਼ਿਆਦਾ ਇਹ ਨਰਾਦਰੀ ਦੇ ਸਹਿਤ ਕਹਿੰਦਾ ਸੀ ਤੇ ਮਹਾਰਾਜ ਜੀ ਨੇ ਫਿਰ ਕਿਹਾ ਜੇ ਕਿਸੇ ਸਿੱਖ ਕਿਹਾ ਤੇ ਚੰਦੂ ਅਸੀਂ ਕਿਹਾ, ਤੂੰ ਜੋ ਕਰਨਾ ਕਰ ਲੈ। ਇਹਦੀ ਕੁੱਤਿਆਂ ਵਾਲੀ ਹਾਲਤ ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਰਨ ਲੱਗੇ ਆ। ਹਜੂਰ ਕੀ ਕਹਿੰਦੇ ਹਨ? ਜਹਾਂ ਤੁਰੰਗ ਸਮੂਹ ਪਛਾਰੀ ਫਿਰ ਪਿਛਲੀ ਪੰਕਤੀ ਪੜੋ। ਇਹ ਕੂਕਰ ਹੈ ਭੌਂਕਣ ਹਾਰਾ। ਮਹਾਰਾਜ ਕਹਿੰਦੇ ਇਹ ਕੁੱਤਾ ਹੈ ਭੌਂਕਣ ਵਾਲਾ, ਭੌਂਕਦਾ ਸੀਗਾ, ਬਹੁਤ ਜ਼ਿਆਦਾ ਉੱਚੀ ਬੁਰੇ ਬੋਲ ਬੋਲਦਾ ਸੀਗਾ। ਜਹਾਂ ਤੁਰੰਗ ਸਮੂਹ ਪਛਾਰੀ ਜਿੱਥੇ ਮਹਾਰਾਜ ਕਹਿੰਦੇ ਭਾਈ ਘੋੜਿਆਂ ਦਾ ਤਬੇਲਾ ਹੈ ਨਾ ਪਿਛਲੇ ਪਾਸੇ, ਇੱਕ ਲੱਕੜੀ ਤਹਿ ਗੱਡੋ ਭਾਰੀ। ਉਥੇ ਇੱਕ ਲੱਕੜੀ, ਇੱਕ ਮਹਾਰਾਜ ਕਹਿੰਦੇ ਕਿੱਲਾ ਵੱਡਾ ਉਹ ਗੱਡਣਾ ਕਰੋ। ਜੋ ਰਾਖੇ ਕੂਕਰ ਚੰਡਾਲ। ਮਹਾਰਾਜ ਕਹਿੰਦੇ ਜਿਹੜੇ ਚੰਡਾਲ ਨਾਲ ਰਹਿੰਦੇ ਆ, ਜਿਹੜੇ ਸ਼ਿਕਾਰ ਆਦਿਕ ਨਾਲ ਸੰਭਾਲਦੇ ਸੀਗੇ, ਮਹਾਰਾਜ ਕਹਿੰਦੇ ਜਿਹੜੇ ਕੁੱਤਿਆਂ ਦੀ ਸੰਭਾਲ ਰੱਖਦੇ ਆ ਨਾ ਉਹਨਾਂ ਦੇ ਵਸ ਇਸ ਨੂੰ ਕਰਨਾ ਕਰੋ। ਦੇਹੋ ਮਿਲਾਏ ਇਸ ਕੋ ਤਿੰਨ ਨਾਲ। ਤਿੰਨਾਂ ਦੇ ਨਾਲ ਕੁੱਤਿਆਂ ਵਿੱਚ ਜਿੱਥੇ ਸ਼ਿਕਾਰੀ ਕੁੱਤੇ ਬੰਨੀਦੇ ਆ ਨਾ ਉਹਨਾਂ ਕੁੱਤਿਆਂ ਵਿੱਚ ਮਹਾਰਾਜ ਕਹਿੰਦੇ ਚੰਦੂ ਦਾ ਵੀ ਇੱਕ ਕਿੱਲਾ ਗੱਡ ਦਿਓ ਤੇ ਉੱਥੇ ਇਸ ਚੰਦੂ ਨੂੰ ਵੀ ਰੱਸੀ ਪਾ ਕੇ ਬੰਨ੍ਹ ਦਿਓ। ਕੂਕਰ ਸਮ ਦੇਹੋ ਖਾਨ ਰੋਪਾਨਾ। ਕੁੱਤਿਆਂ ਦੀ ਤਰ੍ਹਾਂ ਇਹਨੂੰ ਖਾਣ ਤੇ ਪੀਣ ਨੂੰ ਦਿਓ। ਜਿਵੇਂ ਕੁੱਤਿਆਂ ਦੀ ਦੌਰੀ ਨਹੀਂ ਹੁੰਦੀ ਉਹਦੇ 'ਚ ਪਾ ਦਿੰਦੇ ਆ, ਇਸ ਤਰ੍ਹਾਂ ਮਹਾਰਾਜ ਕਹਿੰਦੇ ਕੁੱਤਿਆਂ ਵਾਂਗੂ ਇਹਨੂੰ ਖਾਣ ਤੇ ਪੀਣ ਨੂੰ ਦੇਣਾ ਕਰੋ। ਤਿਸ ਲੱਕੜੀ ਸਿਉ ਬਾਂਧ ਮਹਾਨਾ। ਉਸ ਕਿੱਲੇ ਦੇ ਨਾਲ ਇਹਨੂੰ ਵੱਡੀ ਰੱਸੀ ਪਾ ਕੇ ਬੰਨ੍ਹ ਦਿਓ। ਜੇਤਕ ਮਾਨਵ ਹਮਰੇ ਸੰਗ। ਜਿੰਨੇ ਕ ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਰਹਿੰਦੇ ਆ ਸਿੱਖ ਜਾਂ ਹੋਰ ਸਾਰੇ ਲੋਕ, ਸਭ ਕੋ ਹੈ ਅਸ ਹੁਕਮ ਅਭੰਗ। ਤੇ ਇੱਕ ਰਸ ਅਭੰਗ ਹੁੰਦਾ ਨਾਸ ਤੋਂ ਰਹਿਤ, ਇੱਕ ਰਸ ਮਹਾਰਾਜ ਕਹਿੰਦੇ ਸਾਡਾ ਸਾਰਿਆਂ ਤਾਈਂ ਇਹ ਹੁਕਮ ਹੈ। ਪਾਂਚ ਪਾਂਚ ਪਨਹੀ ਬਲ ਸਾਥੇ। ਬਲ ਦੇ ਨਾਲ, ਹੌਲੀ ਨਹੀਂ, ਬਲ ਦੇ ਨਾਲ 5-5 ਜੁੱਤੀਆਂ ਇਸ ਦੇ ਸਿਰ ਦੇ ਅੰਦਰ। ਵੱਡੇ ਦੁਸ਼ਟ ਕੇ ਹਨੀਏ ਮਾਥੇ। ਵੱਡੇ ਦੁਸ਼ਟ ਦੇ ਮਹਾਰਾਜ ਕਹਿੰਦੇ ਸਿਰ ਵਿੱਚ ਮਾਰਨਾ ਕਰੋ। ਇਮ ਸੁਨ ਕਰ ਸੈਨਾ ਨਰ ਸਾਰੇ। ਇਉਂ ਸੁਣ ਕੇ ਨਾ ਸੈਨਾ ਵਿੱਚ ਜਿੰਨੇ ਵੀ ਸਿੱਖ ਸੂਰਮੇ ਹਨ ਨਿਜ ਨਿਜ ਬਾਰੀ ਕਰਤ ਪ੍ਰਹਾਰੇ। ਆਪੋ ਆਪਣੀ ਵਾਰੀ ਉਡੀਕਦੇ ਆ। ਉਹ ਕਹਿੰਦਾ ਤੂੰ ਦੂਜੀ ਵਾਰੀ ਕਿਉਂ ਚੱਲਿਆ? ਆਪਦੀ ਵਾਰੀ ਦੇ ਸਿਰ ਕਤਾਰ ਲਾ ਕੇ ਸਿੱਖ ਦੇ ਸਿਰ ਵਿੱਚ ਜੁੱਤੀਆਂ ਮਾਰਦੇ ਆ। ਪਨਹੀ ਹਨਤ ਮੂਰਛਾ ਪਾਈ। ਜੁੱਤੀਆਂ ਖਾ ਖਾ ਕੇ ਬੇਹੋਸ਼ ਹੋ ਗਿਆ, ਇੰਨੀ ਜੁੱਤੀਆਂ ਦੀ ਮਾਰ ਪਈ। ਜਦੋਂ ਆਪਾਂ ਮੁਕਤਸਰ ਸਾਹਿਬ ਦਰਸ਼ਨ ਕਰਨ ਜਾਂਦੇ ਆ ਉੱਥੇ ਇੱਕ ਮੁਸਲਮਾਨ ਸੀਗਾ ਜਿਹਨੇ ਸਤਿਗੁਰਾਂ ਜੀ ਦੇ ਪਿੱਛੇ ਜੰਗਲ ਪਾਣੀ ਜਾਂਦਿਆਂ ਹਮਲਾ ਬੋਲ ਦਿੱਤਾ ਸੀ ਤੇ ਸਤਿਗੁਰਾਂ ਨੇ ਗੜਵਾ ਮਾਰ ਕੇ ਪਾਰ ਬੁਲਾਤਾ ਸੀ। ਤੇ ਮਹਾਰਾਜ ਜੀ ਦੇ ਉਹ ਕਹੇ ਹੋਏ ਵਾਕ ਹੈ ਜਦੋਂ ਸਾਡੇ ਸਿੱਖ ਦਰਸ਼ਨਾਂ ਨੂੰ ਆਉਣਗੇ ਤੇਰੇ ਸਿਰ ਵਿੱਚ 5 ਜੁੱਤੀਆਂ ਮਾਰ ਕੇ ਜਿਹੜਾ ਦਰਸ਼ਨ ਕਰਨ ਆਊਗਾ ਉਹਦੀ ਯਾਤਰਾ ਸਫਲ ਹੋਊਗੀ। ਭਾਵੇਂ ਕਿ ਉਹ ਬਣੀ ਹੋਈ ਤਾਂ ਉਹਦੀ ਕਬਰ ਹੀ ਆ ਬਾਹਰ, ਪਰ ਜਿਵੇਂ ਜਿਵੇਂ ਕਈਆਂ ਨੂੰ ਸਾਧ ਸੰਗਤ ਜੀ ਪਤਾ ਨਹੀਂ ਹੁੰਦਾ ਗੁਰੂ ਸਾਹਿਬ ਦੇ ਕਹੇ ਹੋਏ ਵਾਕ ਵੈ, ਇਸ ਕਰਕੇ ਭਾਵੇਂ ਕਿ ਉਹਦੀ ਕਬਰ ਹੀ ਆ, ਕਹਿੰਦੇ ਪੱਥਰ ਤੇ ਛਿੱਤਰ ਮਾਰਨ ਨਾਲ ਕੀ ਹੋ ਜਾਊਗਾ। ਮਹਾਰਾਜ ਕਹਿੰਦੇ ਜਦੋਂ ਸਾਡੇ ਸਿੱਖ ਆਇਆ ਕਰੂਗੇ ਤੇਰੀ ਰੂਹ ਨੂੰ ਪ੍ਰਗਟ ਹੋ ਕੇ ਜੁੱਤੀਆਂ ਦੀ ਮਾਰ ਖਾਣੀ ਪਿਆ ਕਰੇਗੀ। ਫਿਰ ਜਿਹੜਾ ਬਸੀਆਂ ਪਠਾਣਾ ਦਾ ਸੀਗਾ, ਜਿਹੜਾ ਹਾਕਮ ਜਿਹਨੂੰ ਬਾਬਾ ਅਜੀਤ ਸਿੰਘ ਸਾਹਿਬ ਜੀ ਬੰਨ੍ਹ ਲਿਆਏ ਸੀ, ਉਸ ਪਠਾਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਧਾ ਧਰਤੀ 'ਚ ਗਡਵਾ ਕੇ ਦਹੀਂ ਪਾ ਕੇ ਕੁੱਤਿਆਂ ਤੋਂ ਤੜਵਾ ਦਿੱਤਾ ਸੀ ਸੱਚੇ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਕਈ ਸੋਚਦੇ ਆ ਕਿ ਮਹਾਰਾਜ ਨੇ ਇੰਨਾ ਨਿਰਦਈਪੁਣਾ ਕਿਉਂ ਕੀਤਾ। ਸਾਧ ਸੰਗਤ ਜੀ ਕਿਸੇ ਦੀ ਨਵ-ਵਿਆਹੁਤਾ ਇਸਤਰੀ ਨੂੰ ਚੁੱਕ ਲੈਣਾ ਫਿਰ ਕਿੱਧਰ ਦੀ ਇਹ ਕਾਨੂੰਨ ਹੈ ਕੋਈ। ਮਹਾਰਾਜ ਸਜ਼ਾ ਇਸ ਕਰਕੇ ਇਸ ਤਰ੍ਹਾਂ ਦੀ ਦਿੰਦੇ ਸੀ ਕਿ ਬਾਕੀ ਸਾਰੇ ਰਾਜਿਆਂ ਮਹਾਰਾਜਿਆਂ ਨੂੰ ਵੀ ਕੰਨ ਹੋ ਜਾਣ। ਇਹ ਸਿੱਖਿਆਦਾਇਕ ਸਜ਼ਾ ਹੁੰਦੀ ਸੀ ਦੂਸਰਿਆਂ ਵਾਸਤੇ। ਭਾਵੇਂ ਕਿ ਉਹਦਾ ਅਪਰਾਧ ਤਾਂ ਉਸ ਤਰ੍ਹਾਂ ਦੀ ਥੋੜੀ ਸਜ਼ਾ ਵੀ ਦਿੱਤੀ ਜਾ ਸਕਦੀ ਸੀ, ਪਰ ਬਾਕੀਆਂ ਨੂੰ ਸਬਕ ਸਿਖਾਉਣ ਲਈ ਮਹਾਰਾਜ ਨੇ ਸਜ਼ਾ ਦਿੱਤੀ। ਤੇ ਹਜੂਰ ਨੇ ਆਖਿਆ ਜਦੋਂ ਸਾਡਾ ਖਾਲਸਾ ਮਹੱਲਾ ਚੜ੍ਹਿਆ ਕਰੇਗਾ ਉਹ ਇੱਥੇ ਬਰਛੇ ਮਾਰ ਕੇ ਲੰਘਿਆ ਕਰੇਗਾ। ਉੱਥੇ ਬਰਛੇ ਅੱਜ ਤੱਕ ਵੀ ਮਾਰਦੇ ਆ। ਇਉਂ ਇਹ ਸਤਿਗੁਰਾਂ ਜੀ ਨੇ ਜਦੋਂ ਵਾਕ ਕਿਹਾ ਤੇ ਸਿੱਖ ਕਹਿੰਦੇ ਮਹਾਰਾਜ ਦਾ ਬਚਨ ਮੈਂ ਅੱਗੇ ਵੱਧ ਕੇ ਜੁੱਤੀਆਂ ਦੀ ਮਾਰ ਕਰਦੇ ਆ। ਧਰੇ ਮੌਨ ਸਭ ਲਹੇ ਸਜਾਈ।
ਬੀਬੀ ਜੀ ਜਦੋਂ ਬੱਚੇ ਲੈ ਕੇ ਆਈਏ ਨਾ ਗੁਰਦੁਆਰੇ ਸਾਹਿਬ ਤੇ ਬਾਹਰ ਬੈਠ ਜਾਈਦਾ, ਅੰਦਰ ਸੰਗਤ ਵਿੱਚ ਚੀਕਾਂ ਵੱਜਦੀਆਂ ਤੇ ਫਿਰ ਰੌਲਾ ਪੈਂਦਾ। ਬੇਨਤੀ ਹੈ ਗੁੱਸਾ ਨਾ ਕਰਿਓ। ਤਾਂ ਹਾਂਜੀ ਫਿਰ ਪੜੋ। ਪਨਹੀ ਹਨਤ ਮੂਰਛਾ ਪਾਈ। ਜਦੋਂ ਜੁੱਤੀਆਂ ਵੱਜੀਆਂ ਸਿਰ ਦੇ ਅੰਦਰ ਤੇ ਚੰਦੂ ਜੁੱਤੀਆਂ ਖਾ ਖਾ ਕੇ ਬੇਹੋਸ਼ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਵੇਖਦੇ ਆ ਕਿ ਅਧਮੋਇਆ ਜਿਹਾ ਹੋ ਗਿਆ, ਫਿਰ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਣਾ ਕਿ ਸਿੱਖੋ ਇਹਨੂੰ ਮਰਨ ਨਹੀਂ ਦੇਣਾ ਅਜੇ, ਕਿਉਂਕਿ ਲਾਹੌਰ ਦੇ ਸਿੱਖਾਂ ਨੇ ਵੀ ਵੇਖਣਾ ਇਹਦੀ ਹਾਲਤ ਨੂੰ, ਦਿਖਾਉਣਾ। ਅਸੀਂ ਇਹ ਉੱਥੇ ਵੀ ਜਾ ਕੇ ਬੜਾ ਪ੍ਰਤਾਪ ਦਿਖਾਉਂਦਾ ਸੀ ਨਾ, ਲਾਹੌਰ ਦੇ ਸਿੱਖ ਵੀ ਬੜੀ ਬੇਸਬਰੀ ਨਾਲ ਯਾਦ ਕਰਦੇ ਪਏ ਸਾਨੂੰ। ਅਸੀਂ ਲਾਹੌਰ ਦੇ ਸਿੱਖਾਂ ਨੂੰ ਵੀ ਇਹਦੀ ਹਾਲਤ ਦਿਖਾਉਣੀ, ਇਸ ਕਰਕੇ ਇਹਨੂੰ ਮਾਰਿਓ ਨਾ ਜਾਨੋ, ਸੰਭਾਲ ਰੱਖਿਓ ਉਹਨੂੰ, ਇਹਦੇ ਜਿਉਂਦਾ ਰੱਖਣਾ। ਇਹ ਸਤਿਗੁਰਾਂ ਜੀ ਨੇ ਵਾਕ ਕਹਿਣੇ ਆ। ਜਿਵੇਂ ਮਹਾਰਾਜ ਇਹ ਬਚਨ ਕਹਿਣਗੇ ਸਮਾਂ ਸਮਾਪਤ ਹੈ। ਆਪਾਂ ਕੱਲ ਨੂੰ ਅੱਗੇ ਸਰਵਣ ਕਰਾਂਗੇ। ਜੋ ਆਪਾਂ ਦਿਹਾੜਾ ਮਨਾ ਰਹੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ, ਇਹ ਖੁਦ ਮੁਖਤਿਆਰੀ ਪ੍ਰਭੂ ਸੱਤਾ ਦਿਵਸ, ਜੇ ਸੱਚੇ ਪਾਤਸ਼ਾਹ ਮਹਾਰਾਜ ਇਹ ਕੌਤਕ ਨਾ ਕਰਦੇ ਤੇ ਫਿਰ ਖੁਦ ਮੁਖਤਿਆਰੀ ਕੇਵਲ ਗੱਲਾਂ ਨਾਲ ਨਹੀਂ ਹੁੰਦੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਹਕੂਮਤਾਂ ਦੇ ਜ਼ਾਲਮਾਂ ਦੇ ਕੁੰਡੇ ਥੱਲੋਂ ਆਜ਼ਾਦ ਕਰ ਦਿੱਤਾ। ਇਹੋ ਜਿਹੇ ਆਦਰਸ਼ ਬਖਸ਼ਿਸ਼ ਕੀਤੇ ਤੇ ਤਖਤ ਦੀ ਰਚਨਾ ਹੀ ਸਤਿਗੁਰਾਂ ਜੀ ਨੇ ਇਸ ਕਰਕੇ ਕੀਤੀ ਕਿਉਂਕਿ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾਉਣ ਵਾਲਾ ਸਿੱਖ ਕਦੇ ਵੀ ਇਹੋ ਜਿਹਾ ਉਪਦਰਵ ਨਹੀਂ ਕਰ ਸਕਦਾ, ਜਿਸ ਕਰਕੇ ਕਿ ਹਕੂਮਤਾਂ ਉਹਨਾਂ ਦੇ ਉੱਤੇ ਦੋਸ਼ ਲਾ ਕੇ ਉਹਨਾਂ ਨੂੰ ਅੰਦਰ ਪਾ ਦੇਣ। ਪਰ ਇਹ ਬਦਕਿਸਮਤੀ ਹੈ ਹਕੂਮਤਾਂ ਦੀ ਕਿ ਇਹਨਾਂ ਨੂੰ ਸਿੱਖ ਬਾਣੇ ਵਾਲੇ ਦੋਸ਼ੀ ਦਿਸਦੇ ਹੈ, ਸਿੱਖੀ ਸਰੂਪ ਹੀ ਦੋਸ਼ੀ ਦਿਸਦਾ ਹੈ। ਅੱਜ ਹਰੇਕ ਸਿੱਖ ਉਹਨਾਂ ਦੇ ਇਹ ਦਸਤੂਰ ਕਰਕੇ ਮਹਿਸੂਸ ਕਰਦਾ ਹੈ ਕਿ ਕਿਉਂਕਿ ਉਹਨਾਂ ਨੇ ਇਹ ਪ੍ਰਚਲਿਤ ਜੋ ਕਰ ਦਿੱਤਾ, ਜਿਸ ਦੇ ਸਿਰ ਤੇ ਦਸਤਾਰ ਹੈ, ਮੂੰਹ ਤੇ ਦਾੜਾ ਹੈ, ਉਹ ਅੱਤਵਾਦੀ ਹੈ। ਇਸ ਤਰ੍ਹਾਂ ਉਹਨਾਂ ਨੇ ਬਾਹਰਲੇ ਦੇਸ਼ਾਂ ਨੂੰ ਜਾਂ ਹੋਰ ਸਿੱਖਾਂ ਦਾ ਜਿਹੜਾ ਸਰੂਪ ਹੈ ਨਾ, ਉਹ ਇਹ ਦਿਖਾਉਣ ਦਾ ਯਤਨ ਕੀਤਾ। ਪਰ ਗੁਰੂ ਨਾਨਕ ਸਾਹਿਬ ਬੜੀ ਮਿਹਰ ਕਰਦੇ ਹੈ, ਇਹੋ ਜਿਹੇ ਸਿੱਖ ਸੇਵਾ ਕਰਦੇ ਹੈ, ਇਹੋ ਜਿਹੇ ਉਹਨਾਂ ਨੇ ਔਖੇ ਔਖੇ ਥਾਵਾਂ 'ਤੇ ਲੋਕਾਂ ਦੀ ਜਾ ਕੇ ਸੰਭਾਲ ਕੀਤੀ ਹੈ ਤੇ ਸੰਸਾਰ ਨੂੰ ਪਤਾ ਲੱਗ ਗਿਆ ਕਿ ਨਹੀਂ ਇਹ ਅੱਤਵਾਦੀ ਨਹੀਂ ਗੇ, ਇਹ ਤਾਂ ਦਰਵੇਸ਼ ਲੋਕ ਨੇ। ਆਪ ਇਹਨਾਂ ਕੋਲ ਉਹ ਕਿਸੇ ਨੇ ਕਹਿੰਦੇ ਲਿਖ ਕੇ ਪਾਇਆ ਹੋਇਆ ਸੀ ਕਿ ਵੇਖੋ ਸਾਹ ਮਰੀਜ਼ਾਂ ਨੂੰ ਦੇਣ ਲਈ ਆਕਸੀਜਨ ਹੈ ਨਹੀਂ ਗੀ ਤੇ ਬਾਰਡਰਾਂ 'ਤੇ ਕਿਵੇਂ ਇੱਕ ਦੂਸਰੇ ਨਾਲ ਪਰੇਡ ਕਰਦੇ, ਸਲੂਟਾਂ ਮਾਰਦੇ ਆ, ਕੱਸ ਕੱਸ ਕੇ ਖਿੱਚ ਖਿੱਚ ਕੇ ਕਿ ਸਾਡੇ ਦੇਸ਼ ਦੀ ਬੜੀ ਜ਼ਿਆਦਾ ਇੱਜ਼ਤ ਹੋਣੀ ਚਾਹੀਦੀ ਹੈ, ਬੜਾ ਸਾਡਾ ਉੱਚਾ ਰੁਤਬਾ ਹੈ, ਸਾਡਾ ਦੇਸ਼ ਬੜਾ ਮਹਾਨ ਹੈ। ਕਾਹਦੀ ਮਹਾਨਤਾ ਹੈ ਜੇ ਉੱਥੇ ਤੜਫ ਤੜਫ ਕੇ ਸਾਹ ਤੋਂ ਬਿਨਾਂ ਹੀ ਲੋਕ ਮਰਦੇ ਪਏ ਆ। ਫਿਰ ਵੀ ਗੁਰੂ ਕੇ ਸਿੱਖਾਂ ਨੇ ਹੀ ਜਿਨ੍ਹਾਂ ਨਿਸ਼ਾਨ ਸਾਹਿਬਾਂ ਨੂੰ ਕਹਿੰਦੇ ਇਹ ਵੱਖਵਾਦੀ ਹੈ ਤੇ ਪੁੱਛਦੇ ਕਿ ਹਸਪਤਾਲ ਦੇ ਵਿੱਚ ਤਾਂ ਮਰੀਜ਼ ਭਰਤੀ ਨਹੀਂ ਕੀਤਾ ਗਿਆ, ਕਹਿੰਦਾ ਉਹ ਨਿਸ਼ਾਨ ਸਾਹਿਬ ਥੱਲੇ ਲੈ ਜਾਓ, ਉੱਥੇ ਆਕਸੀਜਨ ਮਿਲਦੀ ਪਈ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਬਖਸ਼ੇ ਹੋਏ ਇਹੋ ਜਿਹੇ ਆਦਰਸ਼, ਜਿਸ ਕਰਕੇ ਸਿੱਖੀ ਦਾ ਨਿਆਰਾਪੁਣਾ ਕਿੰਨਾ ਦਬਾ ਲੈਣ ਫਿਰ ਵੀ ਸੰਸਾਰ ਦੇ ਮੂਹਰੇ ਆਉਂਦਾ ਹੀ ਹੈ। ਲੋਕ ਵੇਖ ਕੇ ਕਹਿੰਦੇ ਹੀ ਹੈ ਕਿ ਕਿਹੋ ਜਿਹੇ ਦਰਵੇਸ਼ ਹੈ ਬਈ, ਅੱਤਵਾਦੀ ਨਹੀਂ ਹੋ ਸਕਦੇ। ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਹੁਣ ਉੱਥੋਂ ਤਿਆਰਾ ਕਰਨਗੇ ਗਰੀਬ ਨਵਾਜ਼ ਜੀ, ਇਹ ਅੱਗੇ ਇਤਿਹਾਸ ਵਿੱਚ ਆਵੇਗਾ। ਚੰਦੂ ਨੂੰ ਕਿਵੇਂ ਮਹਾਰਾਜ ਜੀ ਲਾਹੌਰ ਲੈ ਕੇ ਆਉਂਦੇ ਆ, ਹਜੂਰ ਦੇ ਆਉਣ ਦੇ ਵਿੱਚ ਅੰਮ੍ਰਿਤਸਰ ਸਾਹਿਬ ਸਿੱਖ ਕਿਵੇਂ ਖੁਸ਼ੀਆਂ ਕਰਦੇ ਆ, ਉਹ ਪ੍ਰਸੰਗ ਆਪਾਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਏਮ ਸੁਨ ਕਰ ਸੈਨਾ ਨਰ ਸਾਰੇ, ਨਿਜ ਨਿਜ ਬਾਰੀ ਕਰਤ ਪ੍ਰਹਾਰੇ। ਪਨਹੀ ਹਨਤ ਮੂਰਛਾ ਪਾਈ, ਧਰੇ ਮੌਨ ਸਭ ਲਹੇ ਸਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।